ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਸਭ ਤੋਂ ਪਹਿਲਾਂ ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਹੈ, ਇਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਓਬਾਮਾ ਕੇਅਰ ਦੀਆਂ ਜਿਹੜੀਆਂ ਐਪਲੀਕੇਸ਼ਨਸ ਆ ਉਹ ਭਰ ਰਹੇ ਨੇ। ਉਹਨਾਂ ਦਾ ਫ਼ੋਨ ਨੰਬਰ 408-272-2500 408-272-2500। ਇਸ ਦੇ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਨਿਊਯਾਰਕ ਤੋਂ, ਕੁਲਵੰਤ ਸਿੰਘ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜ਼ਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਸੈਨੋਜ਼ੇ ਤੋਂ, ਰਜਿੰਦਰ ਕੁਮਾਰ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਵੀ ਜਾਂ ਕੋਈ ਹੋਰ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ ਨੰਬਰ 408-722-7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ, ਪਰ ਉਸ ਤੋਂ ਪਹਿਲਾਂ ਜਿਹੜਾ ਜੀ ਸਭ ਤੋਂ ਪਹਿਲਾਂ ਉਹਨਾਂ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਕਿ ਉਚੇਚੇ ਤੌਰ ਦੇ ਉੱਤੇ ਜੋ ਕਿ ਪੰਜਾਬੀ ਰੇਡੀਓ USA ਦੇ ਸਟਾਲ ਬੂਥ ਦੇ ਉੱਤੇ ਆਏ ਯੂਬਾ ਸਿਟੀ ਨਗਰ ਕੀਰਤਨ ਦੇ ਵਿੱਚ। ਉਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ। ਅਤੇ ਉੱਥੇ ਬਹੁਤ ਜਿਹੜੀ ਜੀ ਭਾਰੀ ਡਿਮਾਂਡ ਸੀ ਜੀ ਤੁਹਾਡੀ ਉੱਥੇ ਬਲਤੇਜ ਪੰਨੂ ਜੀ, ਅਤੇ ਤੁਹਾਡੇ ਜਿਹੜੇ ਇਸ ਪ੍ਰੋਗਰਾਮ ਆ ਉਸ ਨੂੰ ਬੇਹੱਦ ਪਸੰਦ ਕਰਦੇ ਨੇ। ਤੁਹਾਡੀ ਬੇਬਾਕੀ ਦੇ ਨਾਲ ਜੋ ਤੁਸੀਂ ਹਿੱਕ ਦੇ ਜ਼ੋਰ ਦੇ ਉੱਤੇ ਜਿੱਦਾਂ ਕਹਿੰਦੇ ਆ ਵੀ ਸੱਚ ਦੇ ਨਾਲ ਤੁਸੀਂ ਖੜ੍ਹਦੇ ਆ, ਅਤੇ ਉਸ ਚੀਜ਼ ਦੇ ਉੱਥੇ ਕਾਫੀ ਤੁਹਾਡੇ ਜਿਹੜੇ ਫੈਨ ਆ ਅਤੇ ਬਹੁਤ ਵੱਡੀ ਜਿਹੜੀ ਫੈਨ ਫੈਲੋਇੰਗ ਆ ਤੁਹਾਡੀ ਅਮਰੀਕਾ ਦੇ ਵਿੱਚ ਅਤੇ ਓਵਰਆਲ ਪੂਰੇ ਵਰਲਡ ਦੇ ਵਿੱਚ ਜਿਹੜੀ ਜੀ ਬਣੀ ਆ, ਉਸ ਚੀਜ਼ ਦੇ ਲਈ ਤੁਹਾਨੂੰ ਵਧਾਈ ਵੀ ਦਿੰਦੇ ਆ। ਅਤੇ ਤੁਸੀਂ ਉਸ ਚੀਜ਼ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ। ਮੈਂ ਧੰਨਵਾਦ ਕਰਨਾ ਚਾਹੁੰਦਾ ਜੀ। ਬੇਸ਼ੱਕ ਮੈਂ ਫਿਜ਼ੀਕਲੀ ਤੌਰ ਦੇ ਉੱਥੇ ਨਹੀਂ ਸੀਗਾ ਜੀ ਜਦੋਂ ਕਿਤੇ ਸਬੱਬ ਬਣਿਆ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪੰਜਾਬੀ ਰੇਡੀਓ USA ਦੇ ਰਾਹੀਂ ਤਾਂ ਜ਼ਰੂਰ ਮਿਲਾਂਗੇ ਵੀ ਜੀ ਉਹਨਾਂ ਪਰਿਵਾਰਾਂ ਨੂੰ, ਭਰਾਵਾਂ ਭੈਣਾਂ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਜਿਨ੍ਹਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੁਨੇਹੇ ਜਿਹੜੇ ਆ ਜੀ ਉਹ ਪਹੁੰਚਦੇ ਰਹਿੰਦੇ ਆ। ਔਰ ਮੈਂ ਉਚੇਚੇ ਤੌਰ ਦੇ ਉੱਤੇ ਜਿਹੜਾ ਪੰਜਾਬੀ ਰੇਡੀਓ USA ਦਾ ਪਲੈਟਫਾਰਮ ਆ ਜੀ ਉਹਦਾ ਜ਼ਰੂਰ ਧੰਨਵਾਦ ਜਿਹੜਾ ਉਹ ਕਰਨਾ ਚਾਹੁੰਦਾ, ਕਿਉਂਕਿ ਇਉਂ ਹੁੰਦਾ ਜੀ ਤੁਸੀਂ ਖਾਣਾ ਬਣਾਇਆ ਵੀ ਹੋਵੇ ਤੇ ਪਰੋਸਣ ਦੀ ਥਾਂ ਨਾ ਹੋਵੇ ਜੀ। ਇਹ ਵੀ ਜਿਹੜੀ ਆ ਜੀ ਇੱਕ ਬਹੁਤ ਵੱਡੀ ਗੱਲ ਹੈ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਹੈ ਜੀ। ਕਦੀ ਮਿੱਥ ਕੇ ਕੋਈ ਪ੍ਰੋਗਰਾਮ ਜਿਹੜਾ ਜੀ ਨਾ ਮੈਂ ਕਰਦਾ ਤੇ ਨਾ ਇਹਦੇ ਵਿੱਚ ਕਦੀ ਕਰਨ ਦੇ ਵਾਸਤੇ ਮੈਨੂੰ ਕਿਹਾ ਗਿਆ ਜੀ ਪੰਜਾਬੀ ਰੇਡੀਓ USA ਦੇ ਉੱਤੇ ਵੀ। ਜਿਹੜੀ ਗੱਲ ਹੈ ਜੀ ਉਹਨੂੰ ਰਿਐਲਿਟੀ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਮੈਂ ਕੋਸ਼ਿਸ਼ ਜਿਹੜੀ ਹੈ ਜੀ ਕਰਦਾ। ਮੈਂ ਹਮੇਸ਼ਾ ਇੱਕੋ ਗੱਲ ਕਰਨਾ ਕਿ ਕੋਸ਼ਿਸ਼ ਹੈ, ਕੋਸ਼ਿਸ਼ ਸਫਲ ਕਿੰਨੀ ਹੁੰਦੀ ਹੈ ਇਹ ਸੁਣਨ ਵਾਲਿਆਂ ਨੇ ਦੱਸਣਾ ਹੁੰਦਾ। ਇੱਕ ਪੁਰਾਣੀ ਫਿਲਮ ਦਾ ਗਾਣਾ ਸੀਗਾ ਜੀ ਕਿ ਇਹ ਜੋ ਪਬਲਿਕ ਹੈ ਸਭ ਜਾਣਤੀ ਹੈ। ਲੋਕ ਜਿਹੜੇ ਨੇ ਜੀ ਉਹ ਤੁਹਾਡੀ ਆਵਾਜ਼ ਦੇ ਵਿੱਚੋਂ ਪਛਾਣ ਲੈਂਦੇ ਨੇ ਕਿ ਕੌਣ ਬੰਦਾ ਕਿੱਥੇ ਬੋਲਦਾ। ਲੋਕਾਂ ਨੂੰ ਕਮਲੇ ਨਹੀਂ ਬਣਾਇਆ ਜਾ ਸਕਦਾ, ਬਹੁਤੀ ਦੇਰ ਤੱਕ ਨਹੀਂ ਬਣਾਇਆ ਜਾ ਸਕਦਾ। ਮੈਂ ਤਾਂ ਸਿਰਫ ਇਹੀ ਜਾਣਦਾ। ਤੇ ਜੇ ਤੁਹਾਨੂੰ ਪਸੰਦ ਆਉਂਦੀ ਹੈ ਤੇ ਉਹਦੇ ਵਾਸਤੇ ਧੰਨਵਾਦ ਹੈ ਜੀ। ਉਹਦਾ ਸ਼ਾਇਦ ਪ੍ਰਮੁੱਖ ਰੀਜ਼ਨ ਇਹੀ ਹੈ ਜੀ ਕਿ ਮੈਂ ਤੁਹਾਡੇ ਵਿੱਚ ਹਾਂ, ਮੈਂ ਤੁਹਾਡੇ ਵਰਗਾ ਹੀ ਹਾਂ। ਤੇ ਇਸ ਕਰਕੇ ਆਮ ਬੰਦਾ ਜਿਹੜਾ ਸੜਕ ਦੇ ਉੱਤੇ ਤੁਰਿਆ ਜਾਂਦਾ, ਜਿਹੜਾ ਆਮ ਬੰਦਾ ਜੀ, ਉਹਦੀ ਦੁੱਖ ਤਕਲੀਫ ਕੀ ਆ ਉਹਨੂੰ ਹਮੇਸ਼ਾ ਸਮਝਣ ਦਾ, ਉਹਦੇ ਨਾਲ ਗੱਲ ਕਰਕੇ ਸਮਝਣ ਦਾ ਜਿਹੜਾ ਯਤਨ ਹੈ ਉਹ ਕੀਤਾ। ਬਸ ਉਹੀ ਆਵਾਜ਼ ਹੈ ਜੀ ਜਿਹੜੀ ਤੁਹਾਡੇ ਤੱਕ ਪਹੁੰਚਦੀ ਹੈ, ਤੁਸੀਂ ਪਸੰਦ ਕਰਦੇ ਹੋ, ਉਹਦੇ ਵਾਸਤੇ ਧੰਨਵਾਦ। ਔਰ ਮੇਰਾ ਵਾਅਦਾ ਹੈ ਜੀ ਕਿ ਜਿੰਨੀ ਦੇਰ ਤੱਕ ਇਹ ਆਵਾਜ਼ ਚੱਲਦੀ ਹੈ ਇਹ ਇਸੇ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਜੀ ਉਹ ਬਖਸ਼ੀ ਰੱਖੇ ਜਿਹੜੀ ਤਾਕਤ ਹੈ ਜੀ ਕਿ ਉਸ ਤਰੀਕੇ ਦੇ ਨਾਲ ਹੀ ਬੋਲਦੀ ਰਹੇ। ਜਿੱਦਣ ਲੱਗੇ ਕਿ ਆਵਾਜ਼ ਥਿੜਕਣ ਲੱਗੀ ਹੈ, ਮੈਂ ਕਈ ਵਾਰੀ ਕਹਿੰਦਾ ਹੁੰਦਾ ਅਸੀਂ ਛੱਡ ਕੇ ਆਪ ਹੀ ਪਾਸੇ ਹੋ ਜਾਵਾਂਗੇ ਜੀ ਬਿਲਕੁਲ ਜੀ। ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਤੁਹਾਡੀ ਚੰਗੀ ਸਿਹਤ ਤੇ ਲੰਮੀ ਉਮਰ ਦੀ, ਅਤੇ ਇੱਦਾਂ ਹੀ ਤੁਸੀਂ ਜਿਹੜੀ ਆਵਾਜ਼ ਆ ਸੱਚ ਦੀ ਆਵਾਜ਼ ਆ ਉਸ ਨੂੰ ਇੱਦਾਂ ਹੀ ਬੁਲੰਦ ਕਰਦੇ ਰਹੋ। ਅਤੇ ਆਪਣੀ ਜਿਹੜੀ ਗੱਲਬਾਤ ਆ ਜਿਹੜਾ ਹੁਣ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ ਬਲਤੇਜ ਜੀ, ਦਿੱਲੀ ਚੋਣਾਂ ਦਾ ਜਿਹੜਾ ਕਹਿੰਦੇ ਆ ਜੀ ਰਾਹ ਹੁਣ ਪੱਧਰਾ ਹੋ ਗਿਆ ਜੀ। ਜਿਹੜੇ ਸੁਪਰੀਮ ਕੋਰਟ ਨੇ ਲਾਏ ਸੀਗੇ ਜੀ ਡਿਊਟੀ ਉਪ ਰਾਜਪਾਲ ਨਜੀਬ ਹੋਰਾਂ ਨੇ, ਤੇ ਉਹਨਾਂ ਨੇ ਜੰਗ ਦਾ ਇੱਕ ਕਿਸਮ ਦੇ ਨਾਲ ਐਲਾਨ ਜਿਹੜਾ ਜੀ ਉਹ ਕਰ ਦਿੱਤਾ। ਪਹਿਲਾਂ ਭਾਰਤੀ ਜਨਤਾ ਪਾਰਟੀ ਵਾਲੇ ਆਏ ਬਿਨਾਂ ਸੱਦੇ ਤੋਂ ਔਰ ਉਹ ਲਿਖ ਕੇ ਦੇ ਗਏ। ਕੀ ਲਿਖਿਆ ਕੁਝ ਨਹੀਂ ਪਤਾ ਲੱਗਿਆ। ਦੂਸਰੀ ਵਾਰੀ ਜਿਹੜੀ ਸੀ ਉਹ ਕਾਂਗਰਸ ਦੀ ਆਈ, ਕਾਂਗਰਸ ਵਾਲਿਆਂ ਨੇ ਲਿਖ ਕੇ ਦੇ ਦਿੱਤਾ। ਬਾਹਰ ਆ ਕੇ ਵੀਡੀਓ ਕੋਲੇ ਕਹਿ ਦਿੱਤਾ ਅਸੀਂ ਲਿਖ ਕੇ ਦੇ ਆਏ ਹਾਂ ਕਿ ਚੋਣਾਂ ਜਿਹੜੀਆਂ ਚਾਹੀਦੀਆਂ ਨੇ, ਅਸੀਂ ਕਿਸੇ ਪਾਰਟੀ ਦੀ ਮਦਦ ਨਹੀਂ ਕਰਨੀ। ਆਮ ਆਦਮੀ ਪਾਰਟੀ ਨੂੰ ਬਾਅਦ ਸੱਦਿਆ ਗਿਆ ਔਰ ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਕਿਹਾ ਕਿ ਸਾਡਾ ਸਕੈਜੂਅਲ ਜਿਹੜਾ ਪਹਿਲਾਂ ਤੋਂ ਟਾਈਟ ਹੈ, ਸ਼ਾਮੀ ਮਿਲਾਂਗੇ। ਸ਼ਾਮੀ ਜਾ ਕੇ ਮਿਲੇ। ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਅਰਵਿੰਦ ਕੇਜਰੀਵਾਲ, ਉਹੀ ਤਾਂ ਅਸਲ ਦੇ ਵਿੱਚ ਇਹ
ਜਿਹੜਾ ਲੈ ਕੇ ਗਏ ਸਨ ਜੀ ਸੁਪਰੀਮ ਕੋਰਟ ਦੇ ਵਿੱਚ, ਤੇ ਉਹਨਾਂ ਨੇ ਜੋ ਲਿਖ ਕੇ ਦੇਣਾ ਸੀ ਪਤਾ ਹੀ ਸੀਗਾ, ਉਹਨਾਂ ਨੇ ਕਹਿਤਾ ਕਿ ਇੱਥੇ ਦੁਬਾਰਾ ਜਿਹੜੀਆਂ ਚੋਣਾਂ ਉਹ ਹੋਣੀਆਂ ਚਾਹੀਦੀਆਂ ਨੇ ਜੀ। ਸ਼ਾਮ ਹੁੰਦਿਆਂ ਜਿਹੜੀ ਸੀਗੀ ਜੀ ਇਹ ਗੱਲ ਕਲੀਅਰ ਹੋ ਕੇ ਸਾਹਮਣੇ ਆ ਗਈ ਕਿ ਭਾਰਤੀ ਜਨਤਾ ਪਾਰਟੀ ਵਾਲੇ ਵੀ ਲਿਖ ਕੇ ਦੇ ਆਏ ਆ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ ਦੇ ਵਿੱਚ ਨਹੀਂ ਹੈਗੇ। ਜਿਹੜੀਆਂ ਜ਼ਿਮਨੀ ਚੋਣਾਂ ਹੋ ਰਹੀਆਂ ਨੇ 3 ਸੀਟਾਂ ਦੇ ਉੱਤੇ ਉਹਨਾਂ ਨੇ ਇਹ ਵੀ ਲਿਖ ਕੇ ਦਿੱਤਾ ਕਿ ਜੇ ਤਿੰਨੇ ਅਸੀਂ ਜਿੱਤ ਜਾਂਦੇ ਹਾਂ ਤਾਂ ਵੀ ਅਸੀਂ ਸਰਕਾਰ ਨਹੀਂ ਬਣਾ ਸਕਦੇ। ਜੋੜ ਤੋੜ ਜਿਹੜਾ ਕਰਨਾ ਚਾਹੁੰਦੀ ਸੀਗੀ ਜੀ ਜਿਹੜੀ ਭਾਰਤੀ ਜਨਤਾ ਪਾਰਟੀ, ਉਹ ਹੋਇਆ ਨਹੀਂ। ਉਹਨਾਂ ਨੇ ਆਪਣੇ ਵੱਲੋਂ ਜਿਹੜੀ ਸੀਗੀ ਜੀ ਉਹ ਪੂਰੀ ਕੋਸ਼ਿਸ਼ ਕਰ ਲਈ, ਪਰ ਤੋੜਿਆ ਨਹੀਂ ਜਾ ਸਕਿਆ, ਨਾ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ MLAs ਨੇ ਉਹਨਾਂ ਨੂੰ, ਨਾ ਕਿਸੇ ਹੋਰ ਨੂੰ, ਜਿਹਦੀ ਵਜ੍ਹਾ ਕਰਕੇ ਉੱਥੇ ਚੋਣ ਜਿਹੜੀ ਸੀਗੀ ਜੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਆਲਮੋਸਟ ਖਤਮ ਹੋ ਗਈਆਂ। ਤੇ ਹੁਣ ਜਿਹੜਾ ਜੀ ਚੋਣਾਂ ਦੇ ਵਾਸਤੇ ਰਾਹ ਜਿਹੜਾ ਜੀ ਉਹ ਪੱਧਰਾ ਹੋ ਗਿਆ। ਇੱਕ ਤਾਂ 11 ਨਵੰਬਰ ਤੋਂ ਪਹਿਲਾਂ ਨਜੀਬ ਜੰਗ ਜਿਹੜੇ ਨੇ ਉਪ ਰਾਜਪਾਲ ਉਹ ਲਿਖ ਕੇ ਦੇਣਗੇ ਹੋਪਫੁਲੀ ਜਿਹੜਾ ਜੀ ਸੈਂਟਰ ਦੀ ਸਰਕਾਰ ਨੂੰ। ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਅੱਗੋਂ ਲਿਖੂਗਾ ਜੀ ਫਿਰ ਜਿਹੜਾ ਹੈ ਜੀ ਚੋਣ ਕਮਿਸ਼ਨ ਨੂੰ, ਔਰ ਚੋਣ ਕਮਿਸ਼ਨ ਕੋਲੇ ਜਦੋਂ ਲਿਖ ਕੇ ਜਾਊਗਾ ਫਿਰ ਜਿਹੜੇ ਦਿੱਲੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਉਹਦੇ ਵਾਸਤੇ ਰਾਹ ਪੱਧਰਾ ਹੋ ਜਾਊਗਾ। ਕਦੋਂ ਚੋਣਾਂ ਹੁੰਦੀਆਂ ਨੇ ਇਹਦਾ ਤਾਂ ਕੁਛ ਨਹੀਂ ਅਜੇ ਕਿਹਾ ਜਾ ਸਕਦਾ। ਸੰਭਾਵੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਜੀ ਕਿ ਫਰਵਰੀ ਮਹੀਨੇ ਦੇ ਵਿੱਚ ਇਹ ਚੋਣਾਂ ਹੋ ਸਕਦੀਆਂ ਨੇ ਸੰਭਾਵੀ ਰੂਪ ਦੇ ਵਿੱਚ। ਸੋ ਅਜੇ ਮਹੀਨੇ ਕਿਉਂਕਿ ਪਏ ਨੇ ਜੀ, ਦਸੰਬਰ ਪਿਆ, ਜਨਵਰੀ ਪਿਆ, ਫਰਵਰੀ ਦੇ ਵਿੱਚ ਕਦੋਂ ਹੁੰਦੀਆਂ ਨੇ 2-2.5 ਮਹੀਨੇ ਤੋਂ ਉੱਪਰ ਦਾ ਸਮਾਂ ਤਾਂ ਜਿਹੜਾ ਜੀ ਉਹ ਪਿਆ, ਆਲਮੋਸਟ 3 ਹੀ ਤੁਸੀਂ ਜਿਹੜਾ ਜੀ ਉਹ ਲਾ ਕੇ ਚੱਲੋ। ਉਦੋਂ ਤੱਕ ਕੀ ਕੁਛ ਬਦਲਦਾ ਇਹ ਵੇਖਣ ਵਾਲੀ ਸਥਿਤੀ ਹੋਊਗੀ। ਭਾਰਤੀ ਜਨਤਾ ਪਾਰਟੀ ਸੋਚਦੀ ਹੈ ਕਿ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ, ਇਸ ਕਰਕੇ ਉਹਦਾ ਲਾਹਾ ਦਿੱਲੀ ਦੇ ਵਿੱਚ ਵੀ ਮਿਲੂਗਾ, ਜਦੋਂ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਮੋਦੀ ਹੋਰਾਂ ਦਾ ਜਾਦੂ ਜਿਹੜਾ ਜੀ ਉਹ ਖਤਮ ਹੋ ਚੁੱਕਾ ਹੈ ਤੇ ਲੋਕ ਇਸ ਵਾਰੀ ਆਮ ਆਦਮੀ ਪਾਰਟੀ ਨੂੰ ਜਿਹੜਾ ਜੀ ਉਹ ਮੈਜੋਰਿਟੀ ਦੇ ਵਿੱਚ ਲਿਆਉਣਗੇ। ਦਾਅਵੇ ਨੇ ਜੀ ਸਾਰਿਆਂ ਦੇ ਵੱਲੋਂ ਕੀਤੇ ਜਾ ਰਹੇ, ਦਾਅਵੇ ਤਾਂ ਕਾਂਗਰਸ ਵੀ ਕਰ ਰਹੀ ਹੈ ਕਿ ਸਾਡੀ ਕਮਬੈਕ ਹੋਊਗੀ ਬੜੀ ਸਟਰੋਂਗ। ਬਾਕੀ ਦੇਖਦੇ ਹਾਂ, ਸਮਾਂ ਪਿਆ, ਸੋ ਨਾਲ ਦੀ ਨਾਲ ਦੱਸਦੇ ਰਵਾਂਗੇ ਜੀ ਕਿ ਕੀ ਕੁਛ ਨਵਾਂ ਬਦਲ ਰਿਹਾ। ਬਿਲਕੁਲ। ਤੇ ਨਾਲ ਇਹ ਜ਼ਰੂਰ ਪੁੱਛਣਾ ਚਾਹੁੰਦੇ ਹਾਂ, ਦਿੱਲੀ ਦੇ ਜਿਹੜੇ ਆਮ ਲੋਕ ਆ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਿੱਦਾਂ ਦਾ ਜਿਹੜੀ ਹੈ ਜੀ ਗੱਲਬਾਤ ਚੱਲਦੀ ਆ? ਅਜੇ ਆਮ ਲੋਕਾਂ ਦੀ ਰਾਏ ਤਾਂ ਬਹੁਤੀ ਇਹਦੇ ਵਿੱਚ ਸ਼ਾਮਲ ਨਹੀਂ ਆ। ਹਾਂ, ਇੱਕ ਗੱਲ ਜ਼ਰੂਰ ਹੈ, ਆਮ ਲੋਕ ਜਿਹੜੇ ਉਹ ਸਰਕਾਰ ਚਾਹੁੰਦੇ ਨੇ ਕਿ ਉੱਥੇ ਸਰਕਾਰ ਜਿਹੜੀ ਆ ਉਹ ਬਣੇ। ਇਸ ਵੇਲੇ ਤਾਂ ਬਿਨਾਂ ਮਾਈ ਬਾਪ ਤੋਂ ਜਿਹੜੇ ਜੀ ਉਹ ਤੁਰੇ ਫਿਰਦੇ ਨੇ ਇੱਕ ਕਿਸਮ ਦੇ ਨਾਲ। ਮਹਿੰਗਾਈ ਜਿਹੜੀ ਆ ਉਹ ਵਧੀ ਹੈ। ਸਰਕਾਰ ਸੋਚਦੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਸਬਜ਼ੀਆਂ ਵਾਹਵਾ ਹੋ ਜਾਂਦੀਆਂ ਨੇ, ਸਬਜ਼ੀਆਂ ਦੇ ਰੇਟ ਘੱਟ ਜਾਂਦੇ ਨੇ ਦਸੰਬਰ ਜਨਵਰੀ ਦੇ ਵਿੱਚ। ਬਿਜਲੀ ਦੀ ਖਪਤ ਘੱਟ ਜਾਂਦੀ ਹੈ, ਠੰਡ ਹੈ, ਇਸ ਕਰਕੇ AC ਵਗੈਰਾ ਨਹੀਂ ਚੱਲਦੇ, ਪੱਖੇ ਵੀ ਨਹੀਂ ਚੱਲਦੇ, ਬਿਜਲੀ ਦੇ ਬਿੱਲ ਘੱਟ ਜਾਂਦੇ ਨੇ। ਤੇ ਲੋਕਾਂ ਨੂੰ ਸ਼ਾਇਦ ਇਹ ਲੱਗੂਗਾ ਜੀ ਕਿ ਇਹ BJP ਦੀ ਵਜ੍ਹਾ ਕਰਕੇ ਹੋ ਗਿਆ। BJP ਇਹਦਾ ਜਿਹੜਾ ਜੀ ਉਹ ਲਾਹਾ ਲੈਣਾ ਚਾਹੁੰਦੀ ਹੈ। ਬਾਕੀ ਜਿਹੜਾ ਜੀ ਜਿੱਥੇ ਜ਼ਿਆਦਾ ਹੈ ਜੀ ਆਮ ਆਦਮੀ ਪਾਰਟੀ ਦਾ ਬੋਲਬਾਲਾ, ਜਾਂ ਜਿਨ੍ਹਾਂ ਦੇ ਵਿੱਚ ਉਹ ਸਮਝਦੇ ਨੇ ਕਿ ਇਹ ਵੋਟ ਬੈਂਕ ਉਹਨਾਂ ਦਾ ਹੈ, ਉਹਦੇ ਵਾਸਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਸਮਝਦੀ ਹੈ ਕਿ ਝਾੜੂ ਚੁੱਕ ਕੇ ਜਿਹੜੀ ਹੈ ਜੀ ਸਵੱਛ ਭਾਰਤ ਵਾਲੀ ਮੁਹਿੰਮ ਹੈ, ਸ਼ਾਇਦ ਉਹਦੇ ਨਾਲ ਲੋਕ ਤੁਰ ਪੈਣੇ ਨੇ। ਇਹ ਵਹਿਮ ਹੋ ਸਕਦਾ ਉਹਨਾਂ ਦਾ ਜੀ। ਬਾਕੀ ਇੱਕ ਗੱਲ ਜਿਹੜੀ ਅਗਲੀ ਇਹ ਹੈਗੀ ਹੈ ਜੀ ਕਿ ਹਰਿਆਣੇ ਦੇ ਵਿੱਚ ਜਿਹੜੀ ਬਣੀ ਹੈ ਸਰਕਾਰ, ਜਾਂ ਫਿਰ ਜਿਹੜੀ ਜਿਵੇਂ ਬਣੀ ਹੈ ਇੱਥੇ ਆਪਣੇ ਮਹਾਰਾਸ਼ਟਰ ਦੇ ਵਿੱਚ, ਉਸ ਤੋਂ ਬਾਅਦ ਜਿਹੜੀ BJP ਹੈ ਉਹ ਇਹ ਸੋਚਦੀ ਹੈ ਕਿ ਦਿੱਲੀ ਦੇ ਜਿਹੜੇ ਲੋਕ ਨੇ ਉਹ ਸ਼ਾਇਦ ਕਿਤੇ ਨਾ ਕਿਤੇ ਇਸ ਗੱਲ ਦੇ ਵਾਸਤੇ ਫੈਸਲਾ ਦੇ ਸਕਦੇ ਨੇ ਕਿ ਸੈਂਟਰ ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਹੈ ਤਾਂ ਅਸੀਂ ਦਿੱਲੀ ਦੇ ਵਿੱਚ ਜਿਹੜੀ ਹੈ ਜੀ ਉਹ ਕਿਉਂ ਨਾ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਲੈ ਕੇ ਆਈਏ। ਇਹ ਸ਼ਾਇਦ ਇਹ ਇੱਕ ਸੋਚ ਹੈ ਭਾਰਤੀ ਜਨਤਾ ਪਾਰਟੀ ਦੀ। ਬਾਕੀ ਡਿਪੈਂਡ ਵੋਟਰਾਂ ਦੇ ਉੱਤੇ ਹੈ ਜੀ ਉਹ ਕੀ ਕਰਦੇ ਨੇ। ਜੀ। ਅਤੇ ਤੁਸੀਂ ਆਪਾਂ ਹੁਣ ਦੇਖਿਆ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਹੁਣ ਤੱਕ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿਸੇ ਢਾਂਚੇ ਦੇ ਰੂਪ ਦੇ ਵਿੱਚ ਕੋਈ ਸੁਧਾਰ ਆਇਆ ਹੈ ਜਾਂ ਅਜੇ ਵੀ ਉੱਥੇ ਖੜੇ ਨੇ? ਤੁਸੀਂ ਨੈਸ਼ਨਲ ਗੱਲ ਕਰ ਰਹੇ ਹੋ ਜਾਂ ਪੰਜਾਬ ਦੀ? ਨੈਸ਼ਨਲ ਦੇ ਉੱਤੇ ਨਹੀਂ, ਬਹੁਤਾ ਕੁਛ ਨਹੀਂ ਜੀ, ਬਹੁਤ ਵੱਡਾ ਕੁਛ ਸੁਧਾਰ ਨਹੀਂ ਆਇਆ। ਇਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਦਾ ਸਾਰਾ ਜਿਹੜਾ ਜੀ ਜ਼ੋਰ ਲੱਗਿਆ ਹੈ ਦਿੱਲੀ ਦੇ ਉੱਤੇ। ਇਸੇ ਕਰਕੇ ਉਹਨੇ ਜਿਹੜੇ ਬਾਕੀ ਸੂਬੇ ਨੇ ਜੀ ਉਹਨਾਂ ਨੂੰ ਪਛਾਣ ਹੀ ਕੀਤਾ ਹੋਇਆ। ਨਗਰ ਨਿਗਮ ਦੀਆਂ ਚੋਣਾਂ ਜਿਵੇਂ ਨਾ ਲੜਨ ਦਾ ਐਲਾਨ ਪੰਜਾਬ ਦੇ ਵਿੱਚ ਵੀ ਹਾਲ ਦੀ ਘੜੀ ਉਹਨਾਂ ਨੇ ਕੀਤਾ ਹੋਇਆ। ਜ਼ਿਮਨੀ ਚੋਣਾਂ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ। ਹਰਿਆਣੇ ਦੇ ਵਿੱਚ ਚੋਣਾਂ ਨਹੀਂ ਲੜੀਆਂ, ਮਹਾਰਾਸ਼ਟਰ ਦੇ ਵਿੱਚ ਉਹਨਾਂ ਨੇ ਚੋਣਾਂ ਨਹੀਂ ਲੜੀਆਂ, ਜੰਮੂ ਕਸ਼ਮੀਰ ਦੇ ਵਿੱਚ ਉਹ ਚੋਣਾਂ ਨਹੀਂ ਲੜ ਰਹੇ, ਝਾਰਖੰਡ ਦੇ ਵਿੱਚ ਉਹ ਚੋਣਾਂ ਨਹੀਂ ਲੜ ਰਹੇ। ਇਸ ਕਰਕੇ ਉਹ ਸਮਝ ਕਹਿੰਦੇ ਆ ਕਿ ਅਸੀਂ ਦਿੱਲੀ ਜਿਹੜੀ ਹੈ ਜੀ ਉਹਦੇ ਉੱਤੇ ਹੀ ਜ਼ਿਆਦਾ ਜ਼ੋਰ ਦੇਣਾ। ਇਹਦੇ ਵਿੱਚ ਜਿਹੜਾ ਹੁੰਗਾਰਾ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਸੀਗਾ ਜੀ, ਇੱਥੇ ਵੀ ਢਾਂਚਾ ਨਹੀਂ ਬਣ ਸਕਿਆ। ਉਹ ਢਾਂਚਾ ਨਾ ਬਣਨ ਦੀ ਵਜ੍ਹਾ ਕਰਕੇ ਜਿਹੜੀ ਇੱਕ ਬੇਚੈਨੀ ਹੁੰਦੀ ਹੈ ਨਾ ਵਰਕਰਾਂ ਦੀ, ਜਿਹਨੂੰ ਸੰਭਾਲਣ ਦੀ ਬੜੀ ਜ਼ਰੂਰਤ ਹੁੰਦੀ ਹੈ, ਉਹ ਬੇਚੈਨੀ ਹੋਣੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ ਵੀ। ਸੋ ਦਿੱਲੀ ਦੇ ਵਿੱਚ ਕਿਵੇਂ ਪਾਰਟੀ ਜਿਹੜੀ ਹੈ ਜੀ ਉਹ ਸਾਰਿਆਂ ਨੂੰ ਇਕੱਠਿਆਂ ਰੱਖ ਕੇ
ਤੁਰੂਗੀ, ਇੱਕ ਬੜਾ ਵੱਡਾ ਚੈਲੰਜ ਹੋਊਗਾ। ਹਾਂ, ਜੇ ਦਿੱਲੀ ਜਿੱਤ ਲਈ ਆਮ ਆਦਮੀ ਪਾਰਟੀ ਨੇ, ਭਾਵੇਂ ਉੱਥੇ ਸਰਕਾਰ ਮੈਜੋਰਿਟੀ ਦੇ ਵਿੱਚ ਬਣ ਗਈ, ਤਾਂ ਇਹਦਾ ਅਸਰ ਬਾਕੀ ਸੂਬਿਆਂ ਦੇ ਵਿੱਚ ਵੀ ਵੇਖਣ ਨੂੰ ਨਿਰਸੰਦੇਹ ਮਿਲੂਗਾ। ਇਸੇ ਕਰਕੇ ਸਾਰਾ ਜਿਹੜਾ ਜੀ ਜ਼ੋਰ ਉਹ ਉੱਥੇ ਲਾਇਆ ਹੋਇਆ ਉਹਨੇ। ਜਿੱਥੋਂ ਤੱਕ ਢਾਂਚੇ ਦੀ ਗੱਲ ਹੈ, ਬੜਾ ਸਿਸਟੇਮੈਟਿਕਲੀ ਵਰਕ ਤਾਂ ਹੋ ਰਿਹਾ ਜੀ ਦਿੱਲੀ ਦੇ ਵਿੱਚ ਜਿਹੜੇ ਤਰੀਕੇ ਦੇ ਨਾਲ। ਔਰ NRIs ਜਿਹੜੇ ਨੇ ਜੀ ਬਾਹਰ ਬੈਠੇ ਜਿਹੜੀ ਯੂਥ ਹੈ ਉਹ ਕਾਫੀ ਹੈਲਪ ਕਰ ਰਹੀ ਹੈ ਮੇਰੀ ਜਾਣਕਾਰੀ ਦੇ ਮੁਤਾਬਕ। ਜਿਹੜੇ ਫੋਨ ਵਗੈਰਾ ਕਰਨੇ, ਉਹਨਾਂ ਨੂੰ ਕੀ ਪ੍ਰੋਬਲਮ ਹੈ ਉਹ ਫਿਰ ਅੱਗੇ ਫਾਰਵਰਡ ਕਰਦੀ ਹੈ। ਉੱਥੇ ਜਿਹੜੇ ਨੇ ਆਮ ਆਦਮੀ ਵਾਲੇ ਜਾ ਰਹੇ ਨੇ। ਜਿਹੜੀ BJP ਹੈ ਜੀ, ਉਹਦੀ ਜਿਹੜੀ ਮੁਹਿੰਮ ਹੈ, ਕਿਉਂਕਿ ਉਹ ਹੁਣ ਸੱਤਾ ਦੇ ਵਿੱਚ ਹੈ, ਉਹ ਹੋਟਲਾਂ ਦੇ ਵਿੱਚ ਚਲੇ ਗਈ ਹੈ, 5 ਸਟਾਰ ਹੋਟਲਾਂ ਦੇ ਵਿੱਚ। ਆਮ ਆਦਮੀ ਪਾਰਟੀ ਦੀ ਜਿਹੜੀ ਮੁਹਿੰਮ ਆ ਉਹ ਗਲੀਆਂ ਦੇ ਵਿੱਚ ਹੈ, ਜਿਹਦੇ ਕਰਕੇ BJP ਨੂੰ ਉਹਦੀ ਕਾਟ ਲੱਭਣੀ ਪਊਗੀ ਕਿ ਉਹਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਵਾਂਗੂ ਗਲੀਆਂ 'ਚ ਤੁਰ ਸਕੂਗੀ। ਇਹ ਸਵਾਲ ਆਪਣੇ ਆਪ 'ਚ ਬਹੁਤ ਵੱਡਾ, ਉਹ ਤੁਰ ਰਹੀ ਹੈ, ਮੰਨਣ ਵਾਲੀ ਗੱਲ ਜੀ। ਅਤੇ ਇਸ ਦੇ ਨਾਲ ਹੀ ਜੁੜੀ ਹੋਈ ਹੈ, ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਵੀ NRI ਦੀ ਤੁਸੀਂ ਗੱਲ ਕੀਤੀ ਆ। ਪਿਛਲੇ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ, ਬਹੁਤ ਸਾਰੇ ਜਿਹੜੇ ਫੰਡ ਆ NRIs ਦੇ ਦੁਆਰਾ ਗਏ ਆ। ਕੀ ਸਰਵਿਸ ਟੈਕਸ ਜਿਹੜਾ NRIs ਦੇ ਵੱਲੋਂ ਜਿਹੜਾ ਘੱਲਦੇ ਪੈਸੇ ਆ ਉਸ ਦੇ ਉੱਤੇ ਲਾਉਣਾ, ਕੀ ਉਸ ਦੇ ਪਿੱਛੇ ਕੋਈ ਇੱਦਾਂ ਦੀ ਪੋਲੀਟੀਕਲ ਮੋਟੀਵੇਸ਼ਨ ਵੀ ਹੋ ਸਕਦੀ ਹੈ? ਨਹੀਂ, ਮੇਰਾ ਖਿਆਲ ਨਹੀਂ, ਕਿਉਂਕਿ ਦੇਖੋ 2 ਸੂਬੇ ਨੇ ਜਿਨ੍ਹਾਂ ਦੇ ਉੱਤੇ ਅਸਰ ਪੈਣਾ। ਇੱਕ ਸੂਬਾ ਨਰਿੰਦਰ ਮੋਦੀ ਹੋਣਾ ਵਾਲਾ ਗੁਜਰਾਤ ਵੀ ਹੈ। ਗੁਜਰਾਤ ਤੇ ਪੰਜਾਬ ਵਾਲੇ ਨਹੀਂ ਜੀ ਜ਼ਿਆਦਾ ਜਿਹੜੇ ਬਾਹਰ ਨੇ, ਗੁਜਰਾਤ ਦੇ ਉੱਤੇ ਵੀ ਇਹਦਾ ਅਸਰ ਪੈਣਾ। ਇਹ ਫੈਸਲਾ ਦੇਰ ਸਵੇਰ ਵਾਪਸ ਲੈਣਾ ਪਊਗਾ ਜੀ ਕੇਂਦਰ ਦੀ ਸਰਕਾਰ ਨੂੰ, ਕਿਉਂਕਿ ਇਹਦੇ ਨਾਲ ਜ਼ਿਆਦਾ ਨੁਕਸਾਨ ਜਿਹੜਾ ਜੀ ਉਹ ਸਰਕਾਰ ਨੂੰ ਹੀ ਹੋਣਾ। ਕਿਉਂਕਿ ਫਿਰ ਹਵਾਲਾ ਰਾਹੀਂ ਜਿਹੜੇ ਨੇ ਉਹ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਨਵੰਬਰ ਮਹੀਨੇ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਜਿਹੜਾ ਜੀ ਉਹ ਚੱਲਣਾ। ਤੇ ਮੈਂ ਗੱਲ ਕੀਤੀ ਸੀ ਜੀ ਭਗਵੰਤ ਮਾਨ ਉਹਨਾਂ ਦੇ ਨਾਲ। ਮੇਰਾ ਖਿਆਲ ਹੈ ਜ਼ੋਰਦਾਰ ਤਰੀਕੇ ਦੇ ਨਾਲ ਮੁੱਦਾ ਜਿਹੜਾ ਜੀ ਪਾਰਲੀਮੈਂਟ ਦੇ ਵਿੱਚ ਉੱਠੂਗਾ। ਉੱਠਣਾ ਚਾਹੀਦਾ ਵੀ ਹੈ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਇਹ ਤਾਂ ਹਵਾਲਾ ਪ੍ਰਮੋਟ ਹੋ ਰਿਹਾ ਜੀ। ਜਿਹੜੇ ਬਾਹਰ ਬੈਠੇ ਲੋਕ ਨੇ, ਜੇ ਆਪਾਂ ਕੈਨੇਡਾ ਅਮਰੀਕਾ ਨੂੰ ਛੱਡ ਦਈਏ, ਮੈਂ ਇਸ ਕਰਕੇ ਕਹਿੰਦਾ ਕੈਨੇਡਾ ਅਮਰੀਕਾ ਛੱਡੀਏ ਜੀ, ਉੱਥੇ ਫੈਮਿਲੀਜ਼ ਸੈਟਲ ਨੇ NRIs ਦੀਆਂ। ਜਿਹੜੇ ਮਿਡਲ ਈਸਟ ਵਗੈਰਾ ਦੇ ਵਿੱਚ ਬੈਠੇ ਨੇ, ਉਹਨਾਂ ਦੇ ਪਰਿਵਾਰ ਉਹਨਾਂ ਦੀ ਤਨਖਾਹ ਦੇ ਉੱਤੇ ਰੋਟੀ ਖਾਂਦੇ ਨੇ ਇੱਥੇ। ਔਰ ਜਿਹੜਾ ਪੈਸਾ ਬਾਹਰਲੇ ਮੁਲਕਾਂ ਦੇ ਵਿੱਚ ਲੋਕ ਕਮਾਉਂਦੇ ਨੇ, ਉਹ ਟੈਕਸ ਦੇ ਕੇ ਕਮਾਇਆ ਹੋਇਆ ਪੈਸਾ ਜੀ, ਉੱਥੇ ਹੇਰਾਫੇਰੀ ਨਾਲ ਥੋੜੀ ਕਮਾਇਆ ਹੋਇਆ। ਉਹ ਹੁਣ 2 ਜਗ੍ਹਾ ਦੇ ਉੱਤੇ ਉਹਨਾਂ ਦਾ ਖੂਨ ਕਿਉਂ ਚੂਸਣਾ ਮਜ਼ਦੂਰਾਂ ਦਾ? ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਵਾਹਗਾ ਬਾਰਡਰ ਦੇ ਨਜ਼ਦੀਕ ਜਿਹੜਾ ਬੰਬ ਧਮਾਕਾ ਹੋਇਆ, ਖਬਰਾਂ ਇਹ ਜਿਹੜੀਆਂ ਹੁਣ ਪ੍ਰਾਪਤ ਹੋ ਰਹੀਆਂ ਵੀ 61 ਲੋਕ ਜਿਹੜੇ ਮਾਰੇ ਗਏ ਆ ਤੇ ਕਾਫੀ ਲੋਕ ਪਾਕਿਸਤਾਨ ਦੀ ਸਾਈਡ ਵੱਲ ਉਹਨਾਂ ਨੇ ਗ੍ਰਿਫਤਾਰ ਵੀ ਕੀਤੇ। ਕੀ ਤਾਜ਼ਾ ਸਥਿਤੀ ਆ ਜੀ? ਬਿਲਕੁਲ 21 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਹੋਈਆਂ ਨੇ ਇਸ ਧਮਾਕੇ ਦੇ ਸਬੰਧ ਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਕੁਝ ਹਫ਼ਤੇ ਪਹਿਲਾਂ BSF ਨੂੰ ਇਹਦੀ ਜਿਹੜੀ ਪੁਖਤਾ ਜਾਣਕਾਰੀ ਮਿਲ ਗਈ ਸੀਗੀ ਔਰ ਉਹਨਾਂ ਨੇ ਸ਼ੇਅਰ ਵੀ ਕੀਤੀ ਸੀਗੀ ਪਾਕਿਸਤਾਨੀ ਰੇਂਜਰਾਂ ਦੇ ਨਾਲ। ਪਰ ਇਹ ਕਿਹਾ ਜਾਂਦਾ ਕਿ ਉੱਧਰ ਜਿਹੜਾ ਜੀ ਇਹਨੂੰ ਜ਼ਿਆਦਾ ਨਹੀਂ ਗੋਲਿਆ ਗਿਆ। ਇੱਕ ਜੈਕਟ ਵੀ ਉੱਥੇ ਜਿਹੜੀ ਇਹਦੀ ਮਿਲੀ ਆ ਬਰੂਦ ਦੇ ਨਾਲ ਭਰੀ। ਕੁਝ ਖਬਰਾਂ ਇਹ ਵੀ ਕਹਿ ਰਹੀਆਂ ਨੇ ਕਿ ਇਹਨਾਂ ਨੇ ਜਦੋਂ ਰਿਟਰੀਟ ਸੈਰਾਮਨੀ ਹੁੰਦੀ ਆ ਜੀ, ਉਦੋਂ ਭੱਜ ਕੇ ਭਾਰਤ ਵਾਲੀ ਸਾਈਡ ਦੇ ਉੱਤੇ ਵੜਨਾ ਸੀਗਾ ਜੀ। ਤੇ ਉਹ ਫਟ ਗਿਆ ਪਹਿਲਾਂ ਹੀ ਅਸਲ ਦੇ ਵਿੱਚ। ਉੱਥੇ ਮਰਨ ਵਾਲਿਆਂ ਦੀ ਗਿਣਤੀ 61 ਜਿਹੜੀ ਆ ਜੀ ਉਹ ਹੋ ਗਈ ਆ। 100 ਤੋਂ ਉੱਪਰ ਲੋਕ ਜਿਹੜੇ ਨੇ ਉਹ ਹਸਪੀਟਲਾਂ ਦੇ ਵਿੱਚ ਜ਼ਖਮੀ ਨੇ। ਪਾਕਿਸਤਾਨ ਨੇ ਪਹਿਲਾਂ ਕਹਿ ਦਿੱਤਾ ਜੀ ਜਿਹੜੀ ਰਿਟਰੀਟ ਸੈਰਾਮਨੀ ਹੈ ਜੀ ਉਹ ਅਸੀਂ ਨਹੀਂ ਕਰਨੀ। ਇੱਧਰੋਂ ਭਾਰਤ ਨੇ ਵੀ ਉਹ ਰੋਕ ਦਿੱਤੀ ਕਿ ਲੋਕ ਮਾਰੇ ਗਏ ਨੇ, ਇਸ ਕਰਕੇ ਨਹੀਂ, ਇੱਧਰੋਂ ਵੀ ਨਹੀਂ ਹੋਣੀ ਚਾਹੀਦੀ। ਲੋਕਾਂ ਨੂੰ ਮੋੜ ਦਿੱਤਾ ਵਾਪਸ ਜਦੋਂ ਟਾਈਮ, ਤੇ ਪਾਕਿਸਤਾਨ ਨੇ ਫੇਰ ਜਿਹੜੀ ਸੀ ਉਹ ਕਰ ਲਈ। ਸੋ ਇਹ ਬੜਾ BSF ਜਿਹੜੀ ਸੀਗੀ ਜੀ ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਦੂਜਾ ਜਿਹੜਾ ਜੀ ਅਸਰ ਤਾਂ ਪੈ ਰਿਹਾ, ਕਿਉਂਕਿ ਜਿਹੜਾ ਸੜਕੀ ਲਿੰਕ ਇਹੀ ਆ ਵਾਹਗਾ ਵਾਲਾ, ਜਿੱਥੋਂ ਜਿਹੜਾ ਜੀ ਵਪਾਰ ਹੁੰਦਾ, ਉਹਦੇ ਉੱਤੇ ਅਸਰ ਤਾਂ ਪਊਗਾ। ਦੂਸਰਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਜੀ, ਉਸ ਮੌਕੇ ਦੇ ਉੱਤੇ ਜਿਹੜੀ ਸੰਗਤ ਆ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਾ ਰਹੀ ਹੈ। ਪਾਕਿਸਤਾਨ ਵਾਲੇ ਕਹਿੰਦੇ ਆ ਕਿ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਗਏ ਨੇ। ਪਰ ਵੇਖਣਾ ਇਹੀ ਹੋਊਗਾ ਜੀ ਕਿ ਜਿਹੜੇ ਅੱਤਵਾਦੀ ਨੇ ਉਹ ਅਕਸਰ ਜਿਹੜੇ ਇਕੱਠ ਹੁੰਦੇ ਨੇ ਉਹਨਾਂ ਦਾ ਲਾਹਾ ਲੈ ਜਾਂਦੇ ਨੇ ਵੀ ਕਿਤੇ ਇਹੋ ਜਿਹਾ ਨਾ ਕੁਛ ਲੈ ਜਾਵੇ। ਜੀ ਤੇ ਇਸੇ ਚੀਜ਼ ਦੇ ਉੱਤੇ ਆਪਣੇ ਸਰੋਤਿਆਂ ਨੂੰ ਇਹ ਵੀ ਜਿਹੜਾ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਵੀ ਪੰਜਾਬੀ ਰੇਡੀਓ USA ਜਿਹੜਾ ਜੀ ਉੱਥੋਂ ਪ੍ਰਸਾਰਣ ਆ ਉਹ ਕਰੇਗੀ। ਜਿਹੜੇ ਉੱਥੇ ਸਮਾਗਮ ਹੋਣੇ ਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ। ਸੋ ਕੱਲ੍ਹ ਸਵੇਰ ਤੋਂ ਜਿਹੜੇ ਉਹ ਪ੍ਰੋਗਰਾਮ ਤੁਸੀਂ ਸੁਣੋਗੇ ਗੁਰੂ ਘਰ ਨਨਕਾਣਾ ਸਾਹਿਬ ਤੋਂ। ਸੋ ਉਸ ਦੇ ਲਈ ਵੀ ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਇੱਦਾਂ ਹੀ ਜਿਹੜੇ ਜੁੜੇ ਰਹੋ। ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਹਰਿਆਣੇ ਦੀਆਂ ਚੋਣਾਂ ਤੋਂ ਬਾਅਦ 'ਚ ਜਿਹੜੀ ਭਾਜਪਾ ਕਾਫੀ ਸਰਗਰਮ ਜਿਹੜੀ ਹੋ ਗਈ ਆ ਪੰਜਾਬ ਦੇ ਵਿੱਚ। ਉਸ ਤੋਂ ਪਹਿਲਾਂ ਵੀ ਥੋੜ੍ਹੀ ਬਹੁਤੀ ਹੋ ਰਹੀ ਸੀ ਤੇ ਉਹਨਾਂ ਦੀਆਂ ਕਾਫੀ ਅਹਿਮ ਮੀਟਿੰਗਾਂ ਜਿਹੜੀਆਂ ਅੱਜ ਤੋਂ ਸ਼ੁਰੂ ਨੇ। ਜਿਹੜੇ ਇਹਨਾਂ ਦੀ ਪੰਜਾਬ ਮਾਮਲਿਆਂ ਦੇ ਇੰਚਾਰਜ ਲਾਏ ਨੇ ਰਾਮ ਸ਼ੰਕਰ ਕਥੇਰੀਆ ਜੀ, ਇਹ ਪਹਿਲੀ ਵਾਰੀ ਪੰਜਾਬ ਆ ਰਹੇ ਨੇ ਜੀ। ਤਕਰੀਬਨ 20 ਤੋਂ ਉੱਪਰ ਕੇਸ ਦਰਜ ਨੇ ਜੀ ਇਹਨਾਂ ਦੇ ਉੱਤੇ ਜੀ। ਇਹੋ ਜਿਹੇ ਵਿਅਕਤੀ ਨੂੰ ਜਿਹੜਾ ਜੀ ਪੰਜਾਬ ਦੇ ਵਿੱਚ ਲਾਇਆ, ਸ਼ਾਇਦ ਇਸ ਕਰਕੇ ਕਿ ਲੋਹੇ ਨੂੰ ਲੋਹਾ ਕੱਟਦਾ ਤਾਂ ਵੀ ਉਹਨਾਂ ਦਾ ਪੰਗਾ ਇਹੋ ਜਿਹਾ ਨਹੀਂ ਪੈਣਾ ਨਾ ਜੀ। ਤੋ ਇੱਥੇ ਜਿਹੜਾ ਜੀ ਹੋ
ਭਾਜਪਾ ਦੇ ਵੱਲੋਂ ਅੱਜ ਜਿਹੜੀਆਂ ਜੀ ਰਣਨੀਤਿਕ ਪੱਖੋਂ ਅਹਿਮ ਮੀਟਿੰਗਾਂ ਜਿਹੜੀਆਂ ਨੇ ਉਹ ਕੰਟੀਨਿਊਸ ਕੀਤੀਆਂ ਜਾਣਗੀਆਂ। ਅੱਜ ਦੀ ਕਾਰਜਕਾਰਨੀ ਦੀ ਜਿਹੜੀ ਮੀਟਿੰਗ ਹੈ ਉਹਨੂੰ ਵੀ ਬੜਾ ਅਹਿਮ ਮੰਨਿਆ ਜਾ ਰਿਹਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ 6 ਵਿੱਚੋਂ 4 ਨਗਰ ਨਿਗਮਾਂ ਦੀਆਂ ਮੇਅਰ ਦੀਆਂ ਕੁਰਸੀਆਂ ਦੇ ਉੱਤੇ ਅੱਖ ਰੱਖ ਰਹੀ ਹੈ ਜੀ। ਔਰ ਉਹਨੇ ਇਹ ਗੱਲ ਅਕਾਲੀ ਦਲ ਤੱਕ ਅੱਜ ਦੀ ਮੀਟਿੰਗ ਤੋਂ ਬਾਅਦ ਪਹੁੰਚਾਉਣੀ ਹੈ ਕਿ ਅੱਛੇ ਦਿਨ ਸਾਡੇ ਆ ਗਏ, ਤੁਹਾਡੇ ਚਲੇ ਗਏ। 6 ਦੇ ਵਿੱਚੋਂ 4 ਜਿਹੜਾ ਜੀ ਉਹ ਸਾਨੂੰ ਦਿਓ ਜਿਹੜੀਆਂ। ਔਰ ਨਾਲ ਦੀ ਨਾਲ ਭਾਰਤੀ ਜਨਤਾ ਪਾਰਟੀ ਇਹਦੇ ਵਿੱਚ ਅਹਿਮ ਜਿਹੜੀ ਗੱਲ ਕਰਨ ਜਾ ਰਹੀ ਹੈ ਉਹ ਪਿੰਡਾਂ ਵੱਲ ਨੂੰ ਤੁਰੂਗੀ। ਪਿੰਡਾਂ ਵੱਲ ਨੂੰ ਤੁਰਨ ਦਾ ਉਹਦਾ ਪ੍ਰੋਗਰਾਮ ਕੀ ਹੋਊਗਾ, ਇਹਦੇ ਉੱਤੇ ਜਿਹੜੀ ਵਿਚਾਰ ਚਰਚਾ ਬਹੁਤੀ ਆ ਉਹ ਹੋਣੀ ਹੈ। ਜਿੱਥੇ ਅਕਾਲੀ ਦਲ ਨੇ ਟਰਾਈਡੈਂਟ ਗਰੁੱਪ ਦੇ ਜਿਹੜਾ ਚਿਹਰਾ ਜੀ ਉਹਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਲਾਤਾ ਬਰਨਾਲੇ ਵਾਲੇ ਨੂੰ, ਉਹ ਹਿੰਦੂ ਵੋਟਾਂ ਦੇ ਵਿੱਚ ਜਿਹੜਾ ਜੀ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸ਼ਹਿਰਾਂ 'ਚ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਬੀਜੇਪੀ ਜਿਹੜੀ ਹੈ ਜੀ ਉਹ ਪਿੰਡਾਂ ਵੱਲ ਨੂੰ ਹੋ ਤੁਰੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਲ ਵੀ ਜਿਹੜੀ ਇਹ ਗੱਲ ਆਖੀ ਸੀਗੀ ਕਿ ਫਿਕਰਮੰਦੀ ਵਾਲੀ ਗੱਲ ਹੈ ਕਿ RSS ਜਿਹੜੀ ਹੈ ਜੀ ਉਹ ਪਿੰਡਾਂ ਵੱਲ ਨੂੰ ਤੁਰੀ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਗਲਤ ਹੋਊਗਾ ਜੋ ਪਿੰਡਾਂ 'ਚ ਪ੍ਰਚਾਰ ਹੋਊਗੀ। ਪਰ ਦੂਜਾ ਪੱਖ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਡੇਰਾ ਬਿਆਸ ਦੇ ਮੁਖੀ ਦੇ ਨਾਲ ਗੱਲਬਾਤ ਕਰ ਰਹੇ ਸਨ। ਉਹ ਜੱਟ ਮਹਾਸਭਾ ਜਿਹੜੀ ਹੈ ਜੀ ਉਹਨੂੰ ਪ੍ਰਮੋਟ ਕਰ ਰਹੇ ਨੇ। ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਜੱਟ ਮਹਾਸਭਾ ਨੂੰ ਪ੍ਰਮੋਟ ਕਰ ਰਹੇ ਨੇ ਤੇ ਫਿਰ RSS ਦੇ ਉੱਤੇ ਕਿੰਤੂ ਪਰੰਤੂ ਕਿਉਂ ਕਰ ਰਹੇ ਨੇ? ਪ੍ਰਮੋਟ ਤਾਂ ਉਹ ਵੀ ਇੱਕ ਫਿਰਕੇ ਨੂੰ ਕਰ ਰਹੇ ਨੇ ਨਾ। ਫਿਰਕਿਆਂ ਦੀ ਜਿਹੜੀ ਰਾਜਨੀਤੀ ਹੈ ਨਾ ਜੀ ਉਹ ਨੁਕਸਾਨਦੇਹ ਹੋਊਗੀ। ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜੱਟ ਨੀਤੀ ਹੋਵੇ ਤੇ ਚਾਹੇ RSS ਦੀ ਜਿਹੜੀ ਹੈ ਜੀ ਉਹ ਹਿੰਦੂ ਨੀਤੀ ਹੋਵੇ। ਇਹ ਜਿਹੜਾ ਵਰਣ ਵੰਡ ਦੁਬਾਰਾ ਤੋਂ ਹੋਣੀ ਸ਼ੁਰੂ ਹੋਈ ਹੈ ਨਾ ਜੀ, ਵੋਟਾਂ ਨੂੰ ਵਰਣਾਂ ਦੇ ਵਿੱਚ ਵੰਡ ਦਿਓ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਏਦਾਂ ਹੀ ਜਿੱਤੀ ਹੈ ਜੀ ਵਰਣ ਵੰਡ ਕਰਕੇ। ਮਹਾਰਾਸ਼ਟਰ ਦੇ ਵਿੱਚ ਵੀ ਏਦਾਂ ਹੀ ਜਿੱਤੀ ਹੈ। ਔਰ ਇਹ ਪੱਤਾ ਹੁਣ ਪੰਜਾਬ ਦੇ ਵਿੱਚ ਵੀ ਖੇਡਿਆ ਜਾਣਾ। ਮੈਂ ਤਾਂ ਸਿਰਫ ਇਹੀ ਕਹੂੰਗਾ ਕਿ ਪੰਜਾਬ ਵਾਲੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਹਰ ਜਿਹੜਾ ਇਹਨਾਂ ਦਾ ਸਟੈਪ ਚੁੱਕਿਆ ਜਾਣਾ ਰਾਜਨੀਤਿਕ ਪਾਰਟੀਆਂ ਦਾ, ਉਹਨੂੰ ਘੋਖੋ ਬਹੁਤ ਨੇੜੇ ਤੋਂ ਜਿਹੜਾ ਜੀ ਉਹ ਪਰਖਣਾ ਪਊਗਾ, ਕਿਉਂਕਿ ਉੱਤੋਂ ਕੁਛ ਦਿਸੂਗਾ ਅੰਦਰੋਂ ਕੁਛ ਹੋਊਗਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੁਸੈਨੀ ਵਾਲੇ ਬਾਰਡਰ ਦੇ ਉੱਤੇ 22 ਕਿਲੋ ਹੈਰੋਇਨ ਜ਼ਬਤ ਕੀਤੀ ਗਈ, ਫੜੀ ਗਈ ਆ। ਜਿਵੇਂ ਕ੍ਰਿਕਟ ਦਾ ਸਕੋਰ ਪੁੱਛੀਦਾ ਨਾ ਜੀ, ਇਹ ਤਾਂ ਉਹ ਹਾਲਾਤ ਬਣ ਗਏ ਕਿ ਅੱਜ ਲੋਕੀ ਹੁਣ ਇਹ ਪੁੱਛਣ ਲੱਗ ਗਏ ਅੱਜ ਦਾ ਸਕੋਰ ਕੀ ਹੈ ਜੀ, ਭਾਵ ਕਿ ਅੱਜ ਕਿੰਨੀ ਹੈਰੋਇਨ ਜਿਹੜੀ ਉਹ ਫੜੀ ਗਈ ਹੈ। ਕੱਲ 24 ਕਿਲੋ ਦੀ ਖਬਰ ਦਿੱਤੀ ਸੀ ਕਿ ਜਿਹੜੀ ਗੁਰਦਾਸਪੁਰ ਦੇ ਨੇੜੇ ਤੇ ਬਾਰਡਰ ਤੋਂ ਫੜੀ ਗਈ ਸੀਗੀ ਜੀ 24 ਕਿਲੋ ਹੈਰੋਇਨ 110 ਕਰੋੜ ਰੁਪਏ ਦੀ। 110 ਕਰੋੜ ਰੁਪਏ ਦੀ ਹੋਰ ਫੜੀ ਗਈ ਜੀ ਅੱਜ। ਇਹ 22 ਕਿਲੋ ਆ ਜੀ। ਪਾਕਿਸਤਾਨੀ ਸਿਮ ਕਾਰਡ ਤੇ ਇੱਕ ਪਲਾਸਟਿਕ ਦੀ ਪਾਈਪ ਵੀ ਜਿਹੜੀ ਆ ਜੀ ਉਹ ਬਰਾਮਦ ਕੀਤੀ ਗਈ ਆ। ਪਲਾਸਟਿਕ ਦੀ ਪਾਈਪਾਂ ਦੇ ਨਾਲ ਜਿਹੜਾ ਜੀ ਇਹ ਪੈਕਟਾਂ ਦੇ ਰੂਪ ਦੇ ਵਿੱਚ ਸੁੱਟਦੇ ਆ ਪਾਕਿਸਤਾਨ ਵਾਲੀ ਸਾਈਡ ਤੋਂ ਫੜੀ ਗਈ ਆ ਜੀ। ਇਹ ਹੁਸੈਨੀ ਵਾਲਾ ਸਰਹੱਦ ਦੇ ਉੱਤੇ ਤੜਕਸਾਰ ਜਿਹੜੀ ਆ ਜੀ ਉਹ ਸੁੱਟੀ ਗਈ ਆ। ਇਹ ਗੋਲੀ ਜਿਹੜੀ ਚਲਾਈ, ਪਰ ਇਹ ਦੱਸਿਆ ਜਾਂਦਾ ਜਿਹੜੇ ਪਾਕਿਸਤਾਨ ਵਾਲੀ ਸਾਈਡ ਵਾਲੇ ਸਨ ਜੀ ਉਹ ਭੱਜ ਗਏ ਗੋਲੀਬਾਰੀ ਦੇ ਵਿੱਚ। ਔਰ ਇਸ ਸਾਈਡ ਦੇ ਉੱਤੇ ਹੈਰੋਇਨ ਜਿਹੜੀ ਸੀ ਉਹ ਸੁੱਟ ਗਏ। ਅਜੇ ਚੁੱਕਣ ਆਉਣਾ ਸੀਗਾ ਇੱਧਰ ਸਮਗਲਰਾਂ ਨੇ, ਤੇ ਉਦੋਂ ਪਹਿਲਾਂ ਜਿਹੜੀ ਆ ਜੀ ਇਹ ਫੜੀ ਗਈ ਆ। ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ BSF ਦੀ ਜਿਹੜੀ ਮੁਸਤੈਦੀ ਹੈ ਨਾ ਜੀ ਉਹ ਪਿਛਲੇ ਕੁਝ ਦਿਨਾਂ ਤੋਂ ਵਧੀ ਹੈ। ਉਦੋਂ ਹੀ ਇਹ ਲਗਾਤਾਰ ਜਿਹੜੀ ਹੈ ਜੀ ਉਹ ਫੜੀ ਜਾ ਰਹੀ ਹੈ। ਕਿੰਨੀ ਲੰਘ ਜਾਂਦੀ ਹੈ ਇਹ ਨਹੀਂ ਪਤਾ, ਕਿਲੋਆਂ ਦੇ ਹਿਸਾਬ ਦੇ ਨਾਲ ਫੜੀ ਜਾ ਰਹੀ ਹੈ। ਕੱਲ ਵਾਲੀ 24 ਕਿਲੋ, ਅੱਜ ਵਾਲੀ 22 ਕਿਲੋ। ਤੁਸੀਂ ਅੰਦਾਜ਼ਾ ਲਾਓ ਕਿ ਹਾਲਾਤ ਜਾ ਕਿੱਧਰ ਨੂੰ ਰਹੇ ਨੇ ਜੀ। ਕਿੰਨੀ ਜ਼ਹਿਰ ਜਿਹੜੀ ਆ ਇੱਥੇ ਸੁੱਟੀ ਜਾ ਰਹੀ ਹੈ। ਚਾਹੇ ਉਹ ਬਾਰਡਰ ਸਿਕਿਉਰਿਟੀ ਫੋਰਸਿਸ ਹੋਣ, ਚਾਹੇ ਪੁਲਿਸ ਹੋਵੇ ਕਿਸੇ ਸੂਬੇ ਦੀ, ਉਹ ਅਕਸਰ ਇੱਕ ਗੱਲ ਆਪਣੇ ਆਪ ਦੇ ਵਿੱਚ ਦਾਅਵਾ ਕਰਦੇ ਨੇ ਕਿ 10% ਜਿਹੜੀ ਫੜੀ ਜਾਂਦੀ ਹੈ 90% ਲੰਘ ਜਾਂਦੀ ਹੈ। ਜੇ 22 ਤੇ 24 ਵਾਰੀ ਆਪਾਂ ਗੱਲ ਉਹਨਾਂ ਦੇ ਤੱਥਾਂ ਦੇ ਉੱਤੇ ਆਧਾਰਿਤ ਕਰੀਏ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜਿਹੜੀ ਆ ਉਹ ਲੰਘ ਰਹੀ ਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਵੇਲੇ ਪੰਜਾਬ ਜਿਹੜਾ ਜੀ ਉਹ ਹੱਬ ਦੇ ਰੂਪ ਦੇ ਵਿੱਚ ਉਭਰਿਆ। ਜਿਹੜੀ ਗੱਲ ਨਰਿੰਦਰ ਮੋਦੀ ਨੇ ਇੱਕ ਦਿਨ ਪਹਿਲਾਂ ਜਿਹੜੀ ਰੇਡੀਓ ਦੇ ਉੱਤੇ ਕਹੀ ਹੈ ਕਿ ਮੈਂ ਅਗਲੀ ਵਾਰੀ ਡਰੱਗ ਦੇ ਮੁੱਦੇ ਦੇ ਉੱਤੇ ਬੋਲਣਾ, ਸ਼ਾਇਦ ਇਹ ਮੁਸ਼ਤੈਦੀ ਕਿਤੇ ਨਾ ਕਿਤੇ ਉਸ ਵਜ੍ਹਾ ਕਰਕੇ ਨਜ਼ਰ ਆ ਰਹੀ ਹੈ। ਕੁਛ ਵੀ ਹੈ ਜੀ, ਚੰਗੀ ਗੱਲ ਹੈ ਜਿੰਨੀ ਫੜੀ ਗਈ ਆ ਉਹ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿੰਨੇ ਘਰ ਉਹਨੇ ਉਜਾੜ ਦੇਣੇ ਸਨ ਜੀ। ਬਿਲਕੁਲ ਜੀ, ਉਹਨਾਂ ਦਾ ਜਿਹੜਾ ਜੀ ਬਚਾਅ ਜਿਹੜਾ ਜੀ ਹੋ ਰਿਹਾ ਆ। ਤੇ ਸੋ ਬਿਲਕੁਲ ਅਗਲੇ ਜਿਹੜੇ ਆਪਣੀ ਗੱਲ ਕਰਦੇ ਹਾਂ ਹਰਿਆਣੇ ਦੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਜੀ, ਉਹ ਕੀ ਰਹੀ, ਕੀ ਅਪਡੇਟ ਹੈ ਜੀ ਉੱਤੇ? ਜੀ ਹਰਿਆਣੇ ਦੇ ਵਿੱਚ ਕੰਵਰਪਾਲ ਗੁੱਜਰ ਜਿਹੜੇ ਨੇ ਜੀ ਉਹ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਜਿਹੜੇ ਉਹ ਚੁਣੇ ਗਏ ਨੇ ਜੀ। ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਬਕਾਇਦਾ ਤੌਰ ਦੇ ਉੱਤੇ 13ਵੀਂ ਹਰਿਆਣਾ ਸਭਾ ਦਾ ਜਿਹੜਾ ਜੀ ਉਹ ਸੈਸ਼ਨ ਸ਼ੁਰੂ ਹੋ ਗਿਆ। 90 ਮੈਂਬਰਾਂ ਨੇ ਹਿੰਦੀ, ਅੰਗਰੇਜ਼ੀ, ਸੰਸਕ੍ਰਿਤ ਤੇ ਪੰਜਾਬੀ ਦੇ ਵਿੱਚ ਸਹੁੰ ਜਿਹੜੀ ਆ ਉਹ ਚੁੱਕੀ। 15 ਪੰਜਾਬੀ ਵਿਧਾਇਕਾਂ ਦੇ ਵਿੱਚੋਂ 4 ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਉਹਨਾਂ ਨੇ ਪੰਜਾਬੀ ਦੇ ਵਿੱਚ ਸਹੁੰ ਜਿਹੜੀ ਆ ਜੀ ਉਹ ਚੁੱਕੀ ਆ।
ਜਿਹੜੇ ਮੁੱਖ ਮੰਤਰੀ ਹਰਿਆਣੇ ਦੇ ਨੇ ਮਨੋਹਰ ਲਾਲ ਖੱਟਰ, ਉਹਨਾਂ ਨੇ ਇਹ ਕਿਹਾ ਕਿ ਵਿਧਾਨ ਸਭਾ ਦੇ ਜਿਹੜੇ ਇਜਲਾਸ ਦਿਨੋਂ ਦਿਨ ਘੱਟ ਹੋ ਰਹੇ ਨੇ ਇਹ ਚਿੰਤਾ ਦਾ ਕਾਰਨ ਨੇ। ਉਹਨਾਂ ਨੇ ਕਿਹਾ ਕਿ ਇਹਦਾ ਸਮਾਂ ਵਧਾਇਆ ਜਾਊਗਾ। ਇਹ ਬੜੀ ਦੇਰ ਬਾਅਦ ਸੁਣਨ ਨੂੰ ਗੱਲ ਮਿਲੀ ਹੈ ਜੀ ਵੈਸੇ, ਕਿਉਂਕਿ ਸਾਰੇ ਜਿਹੜੇ ਨੇ ਸਰਕਾਰਾਂ ਜਿਹੜੇ ਸੱਤਾਧਾਰੀ ਹੋ ਜਾਂਦੀ ਹੈ ਨਾ ਜੀ, ਕੋਈ ਵੀ ਪਾਰਟੀ ਵਾਲੀ ਹੈ, ਉਹ ਫਿਰ ਸਮੇਟਣਾ ਸ਼ੁਰੂ ਕਰ ਦਿੰਦੀ ਹੈ ਕਿ ਜਿੰਨਾ ਛੋਟਾ ਕੀਤਾ ਜਾਵੇ ਚੰਗਾ, ਸਵਾਲ ਬਹੁਤੇ ਨਹੀਂ ਹੋਣਗੇ। ਔਰ ਦੂਜਾ ਜਿਹੜਾ ਜੀ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ, ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਸਿਆਸਤ ਹੈ ਜਾਂ ਉਹਨਾਂ ਦੀ ਸਿਆਣਪ ਜਿਹੜੀ ਹੈ ਜੀ ਉਹਦਾ ਲਾਹਾ ਜਿਹੜਾ ਜੀ ਉਹ ਲਿਆ ਜਾਵੇ। ਔਰ ਕੰਵਰਪਾਲ ਗੁੱਜਰ ਜਿਹੜੇ ਸੀਗੇ ਉਹਨਾਂ ਦੀ ਸਰਬਸੰਮਤੀ ਦੇ ਨਾਲ ਜਿਹੜੀ ਆ ਉਹ ਚੋਣ ਹੋਈ ਹੈ। ਬਾਕੀ ਦੇਖਦੇ ਹਾਂ ਜੀ ਕਿ ਕਿਹੋ ਜਿਹਾ ਸਮਾਗਮ ਰਹਿੰਦਾ। ਹਾਂ, ਜਿਹੋ ਜਿਹਾ ਰਹਿਣਾ ਉਹਦਾ ਥੋੜਾ ਜਿਹਾ ਇਹ ਪਤਾ ਲੱਗਿਆ ਜੀ ਕਿ ਪੰਜਾਬ ਦੇ ਨਾਲ ਜਿਹੜਾ ਦਰਿਆਈ ਪਾਣੀ, ਚੰਡੀਗੜ੍ਹ ਦੇ ਮੁੱਦੇ ਜਿਹੜੇ ਨੇ ਉਹ ਉੱਠਣਗੇ ਕਾਫੀ। ਜੀ 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 ਬਿਲਕੁਲ, ਕਿਉਂਕਿ ਇਸ ਪਾਸੇ ਜਿਹੜਾ ਜੀ ਕਾਫੀ ਸਰਗਰਮੀ ਜਿਹੜੀ ਹੈ ਜੀ ਉਸ ਚੀਜ਼ ਨੂੰ ਲੈ ਕੇ ਬਣੀ ਹੋਈ ਆ। ਅਗਲੀ ਗੱਲ ਕਰਦੇ ਹਾਂ ਜੀ, ਪੰਜਾਬ ਸਰਕਾਰ ਪੰਚਾਇਤਾਂ ਦੇ ਆਡਿਟ ਦੇ ਮਾਮਲੇ 'ਚ ਫਸਦੀ ਨਜ਼ਰ ਆ ਰਹੀ ਆ। ਐਕਚੁਅਲੀ ਨਾ ਜੀ ਇਹ ਪ੍ਰਾਈਵੇਟ ਕੰਪਨੀਆਂ ਤੋਂ ਆਡਿਟ ਕਰਵਾਇਆ ਜਾ ਰਿਹਾ ਜੀ ਇਹ ਸਾਰੇ ਦਾ ਸਾਰਾ। ਪੰਚਾਇਤਾਂ ਜਿਹੜੀਆਂ ਨੇ ਉਹ ਵਿਰੋਧ ਕਰ ਰਹੀਆਂ ਨੇ। ਇਹ ਬੜੀ ਅਜੀਬੋ-ਗਰੀਬ ਗੱਲ ਹੈ। ਜੇ ਪੰਚਾਇਤਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਉਹ ਆਡਿਟ ਤੋਂ ਕਿਉਂ ਰੋਕ ਰਹੀਆਂ ਨੇ? ਪੰਚਾਇਤਾਂ ਕਈ ਜਿਹੜੇ ਸਰਪੰਚ ਨੇ ਉਹਨਾਂ ਨਾਲ ਮੇਰੀ ਗੱਲ ਹੋਈ, ਉਹ ਕਹਿੰਦੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਆਡਿਟਿੰਗ ਦੇ ਵਾਸਤੇ ਮਹਿਕਮੇ ਸਪੈਸ਼ਲ ਤੌਰ ਦੇ ਉੱਤੇ ਬਕਾਇਦਾ ਤੌਰ ਦੇ ਉੱਤੇ ਬਣਾਏ ਹੋਏ ਨੇ। ਜਦੋਂ ਉਹ ਆਡਿਟ ਕਰਕੇ ਚਲੇ ਗਏ ਤਾਂ ਹੁਣ ਇਹ ਪ੍ਰਾਈਵੇਟ ਫਰਮਾਂ ਜਿਹੜੀਆਂ ਨੇ ਉਹਨਾਂ ਨੂੰ ਕਿਉਂ ਦਿੱਤਾ ਜਾ ਰਿਹਾ ਇਹ ਆਡਿਟਿੰਗ ਜਿਹੜੀ ਹੈ ਜੀ? ਕਿਤੇ ਨਾ ਕਿਤੇ ਸਰਪੰਚਾਂ ਨੂੰ ਜਾਪਦਾ ਹੈ ਕਿ ਉਹ ਫਸ ਸਕਦੇ ਨੇ। ਇਸ ਕਰਕੇ ਪੰਚ ਸਰਪੰਚ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਨੇ, ਭੁੱਖ ਹੜਤਾਲਾਂ ਤੇ ਬਹਿ ਰਹੇ ਨੇ। ਚੰਡੀਗੜ੍ਹ ਘੇਰਨ ਦਾ ਯਤਨ ਕੀਤਾ। ਬਾਦਲ ਦਾ ਜਿਹੜਾ ਘਰ ਹੈ ਜੀ ਉਹ ਘੇਰਨ ਦਾ ਐਲਾਨ ਜਿਹੜਾ ਉਹਨਾਂ ਨੇ ਕੀਤਾ ਹੋਇਆ ਕਿ ਜੇ ਨਹੀਂ ਰੁਕੀ ਇਹ ਆਡਿਟਿੰਗ ਜਿਹੜੀ ਹੈ ਜੀ ਅਸੀਂ ਘੇਰਾਂਗੇ। ਹੁਣ ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਪਿੱਛੇ ਹਟਣ ਦਾ ਯਤਨ ਜਿਹੜਾ ਜੀ ਉਹ ਕਰ ਰਹੀ ਹੈ, ਕਿਉਂਕਿ ਕਸੂਤੀ ਫਸ ਗਈ ਸਰਕਾਰ। ਸਾਰੇ ਪੰਚ ਸਰਪੰਚ ਜਿਹੜੇ ਜੀ ਉਹ ਵਿਰੋਧ ਦੇ ਵਿੱਚ ਉੱਠ ਕੇ ਖੜੇ ਹੋ ਗਏ। ਹੁਣ ਜਿਹੜੀ ਸਰਕਾਰ ਹੈ ਜੀ ਉਹਨੇ ਇਹ ਮਾਮਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਛੱਡ ਦਿੱਤਾ ਜੀ। ਜਿਹੜੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਸਿੱਬਨ, ਉਹਨੇ ਇਹ ਗੱਲ ਕਹੀ ਹੈ ਕਿ ਇਹ ਜਿਹੜੀ ਆਡਿਟਿੰਗ ਦੇ ਹੁਕਮ ਦਿੱਤੇ ਗਏ ਨੇ ਤਾਂ ਕਿ ਪਾਰਦਰਸ਼ਤਾ ਲਿਆਂਦੀ ਜਾਵੇ, ਪਰ ਇਹਦਾ ਜਿੰਨਾ ਵਿਰੋਧ ਸ਼ੁਰੂ ਹੋ ਗਿਆ ਇਸ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਇਖਤਿਆਰ ਦਿੱਤੇ ਨੇ ਕਿ ਉਹ ਫੈਸਲਾ ਲੈਣ ਇਸ ਮਾਮਲੇ ਉੱਤੇ ਕੀ ਕਰਨਾ ਹੈ। ਤੇ ਲੱਗਦਾ ਇਹੋ ਆ ਜੀ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਪਿੱਛੇ ਭੱਜੂਗੀ, ਕਿਉਂਕਿ ਉਹਨੂੰ ਲੱਗਦਾ ਕਿ ਪੰਚ ਸਰਪੰਚ ਜਿਹੜੇ ਨੇ ਉਹ ਵਿਰੋਧ ਕਰ ਰਹੇ ਨੇ ਤੇ ਉਹ ਕਹਿ ਦੂਗੀ ਠੀਕ ਹੈ ਜੀ ਆਡਿਟਿੰਗ ਜਿੱਦਾਂ ਚੱਲਦੀ ਹੈ ਉਹ ਤਾਂ ਫਿਰ ਚੱਲੀ ਜਾਣ ਦਿਓ। ਇਹ ਸਰਪੰਚਾਂ ਦਾ ਗਲਤ ਸੋਚਣਾ ਹੈ ਜੀ ਕਿ ਜੇ ਪਾਰਦਰਸ਼ਤਾ ਹੋਣੀ ਹੈ ਤਾਂ ਉਹਦੇ ਵਿਰੋਧ ਤਾਂ ਫਿਰ ਉਹ ਕਿਉਂ ਕਰ ਰਹੇ ਨੇ ਆਡਿਟਿੰਗ ਦੀ, ਜੇ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ। ਦੂਸਰਾ ਇਹ ਹੈ ਜੀ ਕਿ ਜਦੋਂ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਸਰਪੰਚ ਜਿਹੜਾ ਸਰਪੰਚੀ ਹਾਸਲ ਕਰਨ ਦੇ ਵਾਸਤੇ ਕਰੋੜ ਨੂੰ ਹੱਥ ਲਾ ਆਉਂਦਾ ਤੇ ਫਿਰ ਕਿਤੇ ਨਾ ਕਿਤੇ ਤਾਂ ਉਹ ਖਾਂਦਾ ਹੀ ਹੋਊਗਾ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਥਿਆਰ ਤਸਕਰੀ ਦੇ ਮਾਮਲੇ ਦੇ ਵਿੱਚ ਗੁਰਸ਼ੇਰ ਪੰਨੂ ਆ ਜਿਹੜੀ ਉਸ ਦੀ ਪੁਲਿਸ ਰਿਮਾਂਡ। ਜੀ ਬਿਲਕੁਲ, ਉਹਦਾ ਪੁਲਿਸ ਰਿਮਾਂਡ ਜਿਹੜਾ ਜੀ 1 ਦਿਨ ਦਾ ਮਿਲਿਆ। ਮੰਗਿਆ ਸੀਗਾ ਪੁਲਿਸ ਨੇ 1 ਹਫ਼ਤੇ ਦਾ ਜਿਹੜਾ ਉਹ ਮਿਲਿਆ ਨਹੀਂ ਹੈ ਜੀ। ਪੁਲਿਸ ਨੇ ਕਿਹਾ ਜੀ ਕਿ ਉਹਦੇ ਮਾਫ਼ ਕਰਨਾ ਅਦਾਲਤ ਨੇ ਕਿ ਇਸ ਮਾਮਲੇ ਦੇ ਉੱਤੇ 1 ਦਿਨ ਦੀ ਪੁੱਛਗਿੱਛ ਕਰੋ। ਦੂਜੀ ਜਿਹੜੀ ਕਹਾਣੀ ਹੈ ਨਾ ਜੀ ਉਹ ਇਹ ਆ ਰਹੀ ਹੈ ਕਿ ਜਿਹੜਾ ਗੁਰਸ਼ੇਰ ਦਾ ਭਰਾ ਹੈ ਗੁਰਤੇਜ, ਉਹਦੀ ਭਾਲ ਦੇ ਵਾਸਤੇ ਵੀ ਪੁਲਿਸ ਨੇ ਛਾਪੇਮਾਰੀ ਜਿਹੜੀ ਹੈ ਜੀ ਕੀਤੀ ਹੈ। ਗੁਰਤੇਜ ਪੰਨੂ ਜਿਹੜਾ ਜੀ ਇਹ ਭਾਰਤੀ ਜਨਤਾ ਪਾਰਟੀ ਦਾ ਅਹਿਮ ਮੈਂਬਰ ਜਿਹੜਾ ਜੀ ਉਹ ਚੰਡੀਗੜ੍ਹ ਦਾ ਕਿਹਾ ਜਾ ਰਿਹਾ ਜੀ। ਅਜੇ ਤੱਕ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਨਹੀਂ ਹੋਈ। ਗੁਰਸ਼ੇਰ ਸਿੰਘ ਪੰਨੂ ਨੂੰ ਕੱਲ ਜਿਹੜਾ ਸੀਗਾ ਜੀ ਇੱਕ BMW ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਹਦੇ ਉੱਤੇ ਲਾਲ ਬੱਤੀ ਲੱਗੀ ਹੋਈ ਸੀ ਫਰੀਦਕੋਟ ਦੇ ਵਿੱਚੋਂ। ਜਦੋਂ ਕਿ ਹੁਣ ਗੁਰਸ਼ੇਰ ਸਿੰਘ ਪੰਨੂ ਦਾ ਜਿਹੜਾ ਪਰਿਵਾਰ ਆ ਉਹ ਇਹ ਕਹਿੰਦਾ ਹੈ ਕਿ ਨਹੀਂ, ਉਹਨੂੰ ਫਰੀਦਕੋਟ ਦੇ ਵਿੱਚੋਂ ਗ੍ਰਿਫਤਾਰ ਨਹੀਂ ਕੀਤਾ ਗਿਆ, ਪੁਲਿਸ ਨੇ ਉਹਨੂੰ ਘਰੋਂ ਚੁੱਕਿਆ। ਇਹ ਮਾਮਲਾ ਅਸਲ ਦੇ ਵਿੱਚ ਫਰੀਦਕੋਟ ਤੇ ਕੋਟਕਪੂਰਾ ਦੇ ਵਿੱਚੋਂ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਹਥਿਆਰਾਂ ਦੇ ਤਸਕਰਾਂ ਦੇ ਨਾਲ ਜਿਹੜਾ ਜੀ ਜੁੜਦਾ। ਜਿਹੜੇ ਵਿਦੇਸ਼ੀ ਹਥਿਆਰ ਨੇ ਜਿਹੜੇ ਉਹ ਲਿਆ ਕੇ ਇੱਥੇ ਵੇਚੇ ਜਾ ਰਹੇ ਨੇ। ਕੁਝ ਹੋਰ ਵਿਦੇਸ਼ੀ ਹਥਿਆਰ ਜਿਹੜੇ ਦੀ ਉਹ ਫੜਨ ਦਾ ਦਾਅਵਾ ਵੀ ਪੁਲਿਸ ਨੇ ਕੀਤਾ ਹੈ। ਇਹ ਕਿਹਾ ਜਾ ਰਿਹਾ ਕਿ 8 ਤੋਂ 10 ਲੱਖ ਰੁਪਈਆ ਇੱਕ ਹਥਿਆਰ ਦੇ ਵਿੱਚ ਇਹ ਲੋਕ ਬਚਾਉਂਦੇ ਸਨ। ਕਿੱਥੋਂ ਆਉਂਦੇ ਨੇ ਹਥਿਆਰ, ਅੱਗੋਂ ਕਿਹਨੂੰ ਵੇਚੇ ਨੇ? ਮਾਮਲਾ ਬੜਾ ਗੰਭੀਰ ਹੈ ਜੀ ਅਸਲ ਦੇ ਵਿੱਚ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਘੱਟ ਗਿਣਤੀਆਂ ਦੇ ਵੱਲੋਂ ਯੂਨਾਈਟਿਡ ਨੇਸ਼ਨ UN ਨੂੰ ਜਿਹੜਾ ਜੀ ਇੱਕ ਮੰਗ ਪੱਤਰ ਦੇਣ ਦੀ ਜਿਹੜੀ ਗੱਲ ਚੱਲ ਰਹੀ ਆ ਜੀ। ਇਹ ਜਿਹੜੀਆਂ ਇੱਕ ਗੱਲੋਂ ਤਾਂ ਵੈਸੇ ਚੰਗੀ ਗੱਲ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਜੀ ਉਹ ਇਕੱਤਰ ਹੋਈਆਂ ਨੇ। ਨਹੀਂ ਇਕੱਠੀਆਂ ਹੋਣਗੀਆਂ ਤਾਂ ਫਿਰ ਜਿਹੋ ਜਿਹੇ ਹਾਲਾਤ ਦਿਸ ਰਹੇ ਨੇ, ਇੱਕ ਮਹਾਂ ਪੰਚਾਇਤ ਭਵਨਾਂ ਦੇ ਵਿੱਚ ਹੋਈ ਆ ਜੀ, ਭਵਾਨਾ ਦੇ ਵਿੱਚ, ਦਿੱਲੀ ਦੇ ਵਿੱਚ ਏਰੀਆ ਪੈਂਦਾ ਜੀ। ਉੱਥੇ ਜਿਹੜੇ BJP ਦਾ MLA ਵੀ ਸੀਗਾ ਜੀ, ਜਿਹੜਾ RSS ਦਾ ਜਿਹੜਾ ਪਿਛੋਕੜ ਆ,
ਔਰ ਉਹਦੇ ਵੱਲੋਂ ਜਿਹੋ ਜਿਹੀਆਂ ਧਮਕੀਆਂ ਦਿੱਤੀਆਂ ਗਈਆਂ ਨਾ ਵੀ ਐਤਕੀ ਤੁਸੀਂ ਜਿਹੜਾ ਜੀ ਮੁਹੱਰਮ ਤੇ ਜਲੂਸ ਕੱਢ ਕੇ ਦਿਖਾਓ, ਅਸੀਂ ਜਲੂਸ ਤੁਹਾਡਾ ਕੱਢਾਂਗੇ। ਜਾਂ ਇੱਕ ਉੱਤਰ ਪ੍ਰਦੇਸ਼ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਭਾਰਤੀ ਜਨਤਾ ਪਾਰਟੀ ਦਾ RSS ਦਾ ਉਹ ਪੁਰਾਣਾ ਵਰਕਰ ਹੈ, ਉਹਨੇ ਇੱਥੋਂ ਤੱਕ ਕਹਿਤਾ ਆਜ਼ਮ ਖਾਨ ਨੂੰ, ਇਹ ਉਹਨੇ ਵਰਡਿੰਗ ਵਰਤੀ ਹੈ ਕਿ ਜੇ ਮਾਂ ਦਾ ਦੁੱਧ ਪੀਤਾ ਨਾ ਤੇ RSS ਤੇ ਪਾਬੰਦੀ ਲਾ ਕੇ ਦਿਖਾ। ਜਦੋਂ ਏਦਾਂ ਦੀਆਂ ਜਿਹੜੀਆਂ ਸਾਹਮਣੇ ਆਉਣਗੀਆਂ ਫਿਰ ਕਿਤੇ ਨਾ ਕਿਤੇ ਤਾਂ ਇਕੱਠਿਆਂ ਜਿਹੜਾ ਜੀ ਉਹ ਹੋਣਾ ਪੈਣਾ। ਜਿਹੜਾ 1984 ਦਾ ਕਤਲੇਆਮ ਦੇ ਸੰਬੰਧ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜੀ, ਉਹਨਾਂ ਨੇ ਦਿੱਲੀ ਦੇ ਵਿੱਚ ਸਥਿਤ ਜਿਹੜਾ UNO ਦਾ ਦਫ਼ਤਰ ਆ ਉਹਦੇ ਵਿੱਚ ਮੰਗ ਪੱਤਰ ਜਿਹੜਾ ਜੀ ਉਹ ਦਿੱਤਾ ਗਿਆ। ਇਹਦੇ ਵਿੱਚ ਵੱਖ-ਵੱਖ ਘੱਟ ਗਿਣਤੀ ਕੌਮਾਂ ਦੇ ਜਿਹੜੇ ਆਗੂ ਸੀਗੇ ਉਹ ਸ਼ਾਮਲ ਹੋਏ ਔਰ ਇਹ ਮੰਗ ਪੱਤਰ ਜਿਹੜਾ UNO ਦੇ ਸਕੱਤਰ ਜਨਰਲ ਜਿਹੜਾ ਜੀ ਉਹਨੂੰ ਭੇਜਿਆ ਜਾਊਗਾ ਜੀ। ਬਾਨ ਕੀ ਮੂਨ ਦੇ ਨਾਂ ਦੇ ਲਿਖੇ ਜਿਹੜਾ ਪੱਤਰ ਆ ਜੀ, ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਸੰਯੁਕਤ ਰਾਸ਼ਟਰ ਨੇ ਜਿਵੇਂ ਸ੍ਰੀਲੰਕਾ ਸਰਕਾਰ ਵੱਲੋਂ ਤਾਮਿਲ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾੜ ਤੇ ਕਤਲੇਆਮ ਵਿਰੁੱਧ ਜਾਂਚ ਕੌਮਾਂਤਰੀ ਕਮਿਸ਼ਨ ਕਾਇਮ ਕੀਤਾ, ਉਸੇ ਤਰਜ਼ ਦੇ ਉੱਤੇ 1984 ਦੇ ਵਿੱਚ ਜਾਂ ਉਦੋਂ ਬਾਅਦ ਘੱਟ ਗਿਣਤੀ ਕੌਮਾਂ ਨਾਲ ਵਾਪਰੇ ਮਨੁੱਖੀ ਅਧਿਕਾਰਾਂ ਦੀ ਘਾੜ ਦੇ ਮਾਮਲਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਕਮਿਸ਼ਨ ਜਿਹੜਾ ਜੀ ਉਹ ਗਠਿਤ ਕੀਤਾ ਜਾਵੇ। ਜੀ 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 ਬਿਲਕੁਲ ਜੀ, ਬਹੁਤ ਅਹਿਮ ਚੀਜ਼ ਆ, ਬਹੁਤ ਲਾਜ਼ਮੀ ਚੀਜ਼ ਆ। ਜਿਸ ਤਰੀਕੇ ਦੇ ਨਾਲ ਘੱਟ ਗਿਣਤੀਆਂ ਦੇ ਨਾਲ ਵਿਵਹਾਰ ਹੁੰਦਾ ਆ ਉੱਥੇ ਉਹ ਪੂਰੀ ਦੁਨੀਆ ਦੇ ਵਿੱਚ ਜ਼ਾਹਰ ਹੋਣਾ ਚਾਹੀਦਾ ਆ। ਅਤੇ ਅਗਲੀ ਜਿਹੜੀ ਆਪਣੀ ਗੱਲ ਕਰਦੇ ਹਾਂ ਵੀ ਇੱਦਾਂ ਲੱਗ ਰਿਹਾ ਵੀ ਪੰਜਾਬ ਦੇ ਵਿੱਚ ਜਿਹੜੀ ਨਵਜੋਤ ਸਿੱਧੂ ਆ ਉਹੀ ਜਿਹੜੀ ਇਕੱਲੀ ਕੰਮ ਕਰਦੀ ਆ ਮਿਨਰਲ ਵਾਟਰ, ਨਕਲੀ ਮਿਨਰਲ ਵਾਟਰ ਬਣਾਉਣ ਵਾਲੀਆਂ ਕੰਪਨੀਆਂ ਤੇ ਜਿਹੜਾ ਜੀ ਛਾਪਾ ਮਾਰਿਆ ਤੇ ਪਾਣੀ ਫੜਿਆ ਗਿਆ ਨਕਲੀ ਜਿਹੜਾ। ਬਿਲਕੁਲ ਜੀ, ਬਟਾਲੇ ਦੇ ਫੋਕਲ ਪੁਆਇੰਟ ਦੇ ਵਿੱਚ ਸ਼ਿਵ ਗੰਗਾ ਨੈਚੁਰਲ ਮਿਨਰਲ ਵਾਟਰ ਕੰਪਨੀ ਹੈ, ਫਾਸਟੋ ਮਿਨਰਲ ਵਾਟਰ ਜਿਹੜੀ ਹੈ ਜੀ ਉਹ ਕੰਪਨੀ ਹੈ, ਇੱਕ ਜਿਹੜੀ ਸ਼ਿਵ ਦੁਰਗਾ ਮਿਨਰਲ ਵਾਟਰ ਕੰਪਨੀ ਹੈ। ਇਹਨਾਂ 3 ਫੈਕਟਰੀਆਂ ਦੇ ਉੱਤੇ ਜਿਹੜੀ ਡਾਕਟਰ ਨਵਜੋਤ ਸਿੱਧੂ ਹੈ ਉਹਨੇ ਕੱਲ ਛਾਪੇ ਮਾਰੇ ਨੇ ਔਰ ਇਹ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਨੂੰ ਸੀਲ ਕੀਤਾ ਗਿਆ। ਇੱਥੇ ਇੱਕ ਤਾਂ ਇਹਨਾਂ ਕੋਲੇ ਲਾਇਸੈਂਸ ਕੋਈ ਨਹੀਂ ਸੀਗਾ ਫੈਕਟਰੀਆਂ ਦੇ ਕੋਲੇ, ਦੂਸਰਾ ਜਿਹੜਾ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਕਿਤੇ ਨਹੀਂ ਹੈਗੀ ਸੀ। ਟੂਟੀਆਂ ਤੋਂ ਪਾਣੀ ਭਰ ਭਰ ਕੇ ਜਿਹੜਾ ਜੀ ਉਹ ਮਿਨਰਲ ਵਾਟਰ ਕਹਿ ਕੇ ਲੋਕਾਂ ਨੂੰ ਸਟੈਂਪਾਂ ਲਾ ਲਾ ਕੇ ਅੱਗੇ ਪਿਆਈ ਜਾ ਰਹੇ ਸੀਗੇ। ਇਹ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਹੁਣ ਇਹਨਾਂ ਨੂੰ ਸੀਲ ਕੀਤਾ ਗਿਆ। ਬਾਕੀ ਦੇਖਦੇ ਆ ਇਹਨਾਂ ਦੇ ਉੱਤੇ ਕੇਸ ਵਗੈਰਾ ਜਿਹੜਾ ਜੀ ਉਹ ਚੱਲਦਾ ਕਿ ਨਹੀਂ ਚੱਲਦਾ, ਪਰ ਇਹ ਹੈ ਜੀ ਕਿ ਜਦੋਂ ਵਿਆਹਾਂ ਸ਼ਾਦੀਆਂ ਤੇ ਫੰਕਸ਼ਨਾਂ ਤੇ ਲੋਕ ਮਿਨਰਲ ਸਮਝ ਕੇ ਪੀ ਜਾਂਦੇ ਨੇ ਤੇ ਰਿਐਲਿਟੀ ਇਹ ਹੈ ਜੀ ਕਿ ਉਹ ਤਾਂ ਟੂਟੀਆਂ ਦਾ ਭਰਿਆ ਹੋਇਆ ਪਾਣੀ ਹੈ, ਉਹਦੇ ਵਿੱਚ ਕੋਈ ਸਫਾਈ ਨਾਂ ਦੀ ਚੀਜ਼ ਨਹੀਂ ਹੈਗੀ। ਬਿਲਕੁਲ ਜੀ, ਨਾਮ ਤਾਂ ਇਹਨਾਂ ਨੇ ਜਿਹੜੇ ਆ ਉੱਥੇ ਰੱਬਾਂ ਦੇ ਉੱਤੇ ਰੱਖੇ ਹੋਏ ਆ, ਪਰ ਕੰਮ ਜਿਹੜੇ ਆ ਉਹ ਬਹੁਤ ਹੀ ਮਾੜੇ ਜਿਹੜੇ ਜੀ ਕਰੀ ਜਾਂਦੇ ਆ। ਬਿਲਕੁਲ ਜੀ, ਇੱਕ ਫਿਲਮ ਆਈ ਸੀ ਓ ਮਾਈ ਗॉड ਜੀ ਜੀ, ਉਹਦੇ ਵਿੱਚ ਵੀ ਇਹੀ ਸਾਰਾ ਕੁਝ ਦਿਖਾਇਆ ਗਿਆ ਸੀਗਾ ਜੀ। ਹਾਂਜੀ ਬਿਲਕੁਲ। ਤਾਂ ਸਰੋਤਿਓ ਇਹ ਸੀਗੀਆਂ ਜਿਹੜੀਆਂ ਅੱਜ ਦੀ ਜਿਹੜੀ ਗੱਲਬਾਤ ਆ ਬਲਤੇਜ ਪੰਨੂ ਜੀ ਨਾਲ। ਤੇ ਬਲਤੇਜ ਪੰਨੂ ਜੀ ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਅਜਨਾਮੇ ਲਈ ਕਿ ਵਿਛੇ ਪਾਕ ਦੀ ਤਰਫ ਹਨ ਪਏ 70 ਮੌਤਾਂ 60 ਤੋਂ ਗਈਆਂ ਨੇ ਟੱਪ ਮੀਆਂ। ਵਿਛੇ ਪਾਕ ਦੀ ਤਰਫ ਹਨ ਪਏ 70 ਮੌਤਾਂ 60 ਤੋਂ ਗਈਆਂ ਨੇ ਟੱਪ ਮੀਆਂ। ਮਰਿਆ ਭੀੜ ਦੇ ਵਿੱਚ ਹੈ ਕਾਤਲ, ਸਕਦੇ ਪੈੜ ਨਹੀਂ ਕਿਸੇ ਦੀ ਨੱਪ ਮੀਆਂ। ਅੱਗੇ ਅੱਲਾ ਦੇ ਵਾਸਤਾ ਪਾਉਣ ਫੱਟੜ, ਸਾਨੂੰ ਬਖਸ਼ ਤੂੰ ਸਾਹਾਂ ਦੀ ਲੱਪ ਮੀਆਂ। ਤਕੜੀ ਮੁਲਕ ਦੀ ਕਿੰਨੀ ਸਰਕਾਰ ਉੱਥੇ, ਜਿੰਨੀ ਆਖੀਏ ਜਾਪ ਰਹੀ ਗੱਪ ਮੀਆਂ। ਚੱਲਦਾ ਮੁਲਕ ਇਸਲਾਮ ਦੇ ਨਾਂ ਉੱਤੇ, ਲੈਂਦੇ ਕਾਤਲ ਵੀ ਅੱਲਾ ਦਾ ਨਾਮ ਮੀਆਂ। ਚੱਲਦਾ ਮੁਲਕ ਇਸਲਾਮ ਦੇ ਨਾਮ ਉੱਤੇ, ਲੈਂਦੇ ਕਾਤਲ ਵੀ ਅੱਲਾ ਦਾ ਮੀਆਂ। ਚੜਿਆ ਖੂਨ ਹੈ ਸਿਰਾਂ ਨੂੰ ਸਾਰਿਆਂ ਦੇ, ਕਰਦੇ ਅੱਲਾ ਦਾ ਨਾਮ ਬਦਨਾਮ ਮੀਆਂ। ਜੀ 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 ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਤੇ ਬਲਤੇਜ ਪੰਨੂ ਜੀ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਨਾਲ ਹੀ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਜੇ ਉਹਨਾਂ ਦੇ ਕੋਲ ਕੋਈ ਸਵਾਲ ਹੈਗੇ ਜਿਹੜੇ ਤੁਸੀਂ ਬਲਤੇਜ ਪੰਨੂ ਜੀ ਨੂੰ ਪੁੱਛਣਾ ਚਾਹੁੰਦੇ ਆ ਉਸ ਦੇ ਲਈ ਜਿਹੜੇ ਜੀ ਉਹ ਕਾਲ ਕਰ ਸਕਦੇ ਹੁਣ ਸਟੂਡੀਓ 'ਚ ਨੰਬਰ 408 272 5200 4082725200 ਦੇ ਉੱਤੇ। ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। UK ਦੇ ਲਈ 3300101100, 3300 101100। ਜਰਮਨੀ ਦੇ ਲਈ 51180904041511 80 90 40 41। ਫਰਾਂਸ ਦੇ ਲਈ 3318014255 33 180 142 595। ਆਸਟ੍ਰੇਲੀਆ ਦੇ ਲਈ 1300 768 450 1300 768 450।
ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬਲਤੇਜ ਪੰਨੂ ਜੀ, ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਰੋਤਿਓ, ਇੱਕ ਵਾਰੀ ਫੇਰ ਨੰਬਰ ਤੁਹਾਨੂੰ ਦੱਸ ਦਈਏ, ਨੰਬਰ 408-272-5200 ਦੇ ਉੱਤੇ ਤੁਸੀਂ ਕਾਲ ਕਰਕੇ ਬਲਤੇਜ ਪੰਨੂ ਜੀ ਨੂੰ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੋ। ਤੇ ਪੰਨੂ ਜੀ, ਆਪਣੇ ਅੱਜ ਦੇ ਪਹਿਲੇ ਕਾਲਰ ਲੈਂਦੇ ਆ ਜਰਨੈਲ ਸਿੰਘ ਜੀ ਸਾਡੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ, ਸਤਿ ਸ੍ਰੀ ਅਕਾਲ ਜੀ ਰਾਜਕਰਨਵੀਰ ਜੀ, ਤੇ ਸਤਿ ਸ੍ਰੀ ਅਕਾਲ ਵੀਰ ਪੰਨੂ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਮੇਰਾ ਸਵਾਲ ਇਹ ਹੈ ਜੀ ਵੀ ਸਰਪੰਚ ਆ ਨਾ, ਉਹ ਤਾਂ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਗੱਲ ਆ। ਜੇ ਉਹ ਛੱਡਦਾ ਤਾਂ, ਜੇ ਉਹ ਖੰਡ ਲਗਾਉਂਦਾ ਤਾਂ। ਪਹਿਲਾਂ ਤਾਂ ਉਹ ਪੰਚਾਇਤ ਸੈਕਟਰੀ ਉਹ ਹਿੱਸਾ ਲੈ ਜਾਂਦੇ ਆ। ਉਸ ਤੋਂ ਪਹਿਲਾਂ ਜਿਹੜੇ ਆਪਣੀਆਂ ਲੀਡਰ ਆ, ਜਿਹੜੇ MLA ਹੁੰਦੇ ਆ ਇਲਾਕੇ ਦੇ, ਉਹ ਆਂਦੇ ਤੁਹਾਡਾ ਫੇਰ ਹੀ ਤੁਹਾਨੂੰ ਫੰਡ ਦਵਾਵਾਂਗੇ ਕੰਮਾਂ ਵਾਸਤੇ, ਜੇ ਤੁਹਾਡਾ 10% ਜਾਂ 20% ਹਿੱਸਾ ਪੱਤੀ ਪਹਿਲਾਂ ਦਿਓਗੇ ਤਾਂ। ਤੇ ਉਸ ਤੋਂ ਬਾਅਦ ਰਹਿੰਦੇ ਖੁੰਦੇ ਮੈਂਬਰ ਹੋ ਗਏ। ਫਿਰ ਪਿੰਡ ਦੇ ਵਿੱਚ ਜਿਹੜੇ ਕੋਈ ਉਹਨਾਂ ਦੇ ਨਾਲ 2-4 ਤੁਰਨ ਫਿਰਨ ਵਾਲੇ ਹੁੰਦੇ ਆ, ਸਰਪੰਚ ਤਾਂ ਇਸ ਕਰਕੇ ਉਹ ਬਦਰਾਈ ਦੇ ਮੂੰਹ ਬੱਧਾ ਹੁੰਦਾ ਜੀ। ਉਹ ਜਿਹੜਾ ਸੱਚੀ ਗੱਲ ਕਹਿੰਦਾ ਹੁਣ ਆਪਣਾ ਸਰਕਾਰ ਨੂੰ, ਤਾਂ ਸਰਕਾਰ ਵੀ ਉਹਨਾਂ ਦੇ ਕੰਮ ਰੋਕਦੀ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਅੰਦਰ ਕਰੂਗੀ। ਹਿੱਸਾ ਪੱਤੀ ਸਾਰਿਆਂ ਦਾ ਇਹਨਾਂ ਦਾ ਹੈਗਾ, ਤੇ ਸਰਪੰਚਾਂ ਦਾ ਇਹਦੇ 'ਚ ਘੱਟ ਕਸੂਰ ਆ। ਉਸ ਵਿੱਚੋਂ ਹੈਗੇ ਖਾਣ ਵਾਲੇ ਵਾਹਵਾ ਜਿਹੜੇ ਉਹ ਆਖਦੇ ਚਲੋ ਆਪਾਂ ਤਾਂ ਲਾਓ ਹੌਲੀ ਲੀਡਰੀ 'ਚ ਚਮਕਾਂਗੇ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਬਿਲਕੁਲ। ਹਾਂ ਜੀ, ਇਹਨਾਂ ਦੀ ਗੱਲ ਕਾਫੀ ਹੱਦ ਤੱਕ ਠੀਕ ਹੈ ਜੀ, ਪਰ ਮੁਸ਼ਕਿਲ ਇਹ ਹੈ ਜੀ ਜਦੋਂ ਉੱਪਰੋਂ ਲੈ ਕੇ ਥੱਲੇ ਤੱਕ ਜਿਹੜੇ ਰਲੇ ਹੋਏ ਨੇ। ਇੱਥੇ ਕੱਲ ਦੀ ਜਿਹੜੀ ਵੱਡੀ ਇੱਕ ਚਰਚਾ ਖਬਰ ਦੀ ਉਹ ਇਹ ਵੀ ਚੱਲੀ ਜਾਂਦੀ ਹੈ ਕਿ ਤਕਰੀਬਨ 1 ਕਰੋੜ ਰੁਪਈਆ ਜਿਹੜਾ ਪਟਿਆਲੇ ਦੇ ਵਿੱਚ ਸੁਰਜੀਤ ਸਿੰਘ ਰੱਖੜਾ ਹੋਰਾਂ ਦੇ ਹਲਕੇ ਦੇ ਵਿੱਚ ਜਿਹੜਾ ਦਿੱਤਾ ਹੀ ਨਹੀਂ ਮਜ਼ਦੂਰਾਂ ਨੂੰ। ਮਜ਼ਦੂਰ ਉਹ ਵਿਚਾਰੇ ਜਿਹੜੇ ਦਿਹਾੜੀਆਂ ਲਾਉਂਦੇ, ਜਿਹੜੇ ਨਰੇਗਾ ਸਕੀਮ ਦੇ ਅੰਡਰ ਆਉਂਦੇ ਆ, ਉਹਨਾਂ ਦਾ ਸ਼ੋਸ਼ਣ ਹੋਈ ਜਾ ਰਿਹਾ ਜੀ। ਅਮੀਰ ਲੋਕ ਆਪਣੇ ਅਕਾਊਂਟ ਖੋਲ ਕੇ ਬੈਠੇ ਨੇ। 200 ਬੰਦੇ ਦਾ ਪੈਸਾ ਜਿਹੜਾ ਜੀ ਇਹਨਾਂ ਲੋਕਾਂ ਦੇ ਅਕਾਊਂਟਾਂ ਦੇ ਵਿੱਚ ਤੁਰਿਆ ਜਾ ਰਿਹਾ, ਜਿਹੜਾ ਗਰੀਬ ਦੇ ਮੂੰਹ ਦੇ ਵਿੱਚ ਪੈਣਾ ਚਾਹੀਦਾ। ਇਹ ਲੋਕਾਂ ਨੇ ਨਰੇਗਾ ਵਾਲਾ ਜਿਹੜਾ ਜੀ ਉਹ ਆਪਣੇ ਘਰਾਂ ਦੇ ਵਿੱਚ ਨੌਕਰ ਰੱਖਿਆ। ਹੁਣ ਕਿੱਥੇ ਕਿਹੜੀ ਚੀਜ਼ ਤੇ ਬੋਲੋਗੇ ਜੀ? ਗੱਲ ਇਹਨਾਂ ਦੀ ਸੱਚੀ ਆ, ਉੱਤੋਂ ਲੈ ਕੇ ਥੱਲੇ ਤੱਕ ਸਾਰੇ ਉਹ ਰਲੇ ਹੋਏ ਨੇ ਜੀ। ਪਰ ਫਿਰ ਕਿਤੇ ਇਹ ਵੀ ਸਵਾਲ ਉੱਠਦਾ ਜੀ, ਜੇ ਪਤਾ ਹੀ ਆ ਸਾਰਾ ਕੁਛ ਇਹ ਆ ਤੇ ਫਿਰ ਸਰਪੰਚ ਬਣਦੇ ਲਈ ਇੰਨੇ ਪੈਸੇ ਲਾਉਂਦੇ ਹੀ ਕਿਉਂ ਨੇ? ਤੇ ਅਗਲੇ ਜਿਹੜੇ ਕਾਲਰ ਆ ਸਾਡੇ ਨਾਲ ਸੁਰਿੰਦਰ ਸਿੰਘ ਗਿੱਲ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਵੱਲੋਂ ਸਾਰੇ ਵੀਰਾਂ ਨੂੰ, ਸੁਣਨੇ ਵਾਲਿਆਂ ਨੂੰ, ਤੁਹਾਨੂੰ ਸਟਾਫ ਨੂੰ ਮੇਰੀ ਵੱਲੋਂ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਤੇ ਮੇਰਾ ਭਾਜੀ ਸਵਾਲ ਛੋਟਾ ਜਿਹਾ ਵੀ ਪਹਿਲਾਂ ਜਿਹੜੇ ਆਪਣੇ ਕੁਲਜੀਤ ਢੱਟ, ਸ਼ਹੀਦ ਭਗਤ ਸਿੰਘ ਉਹਨਾਂ ਦੀ ਫੈਮਿਲੀ ਦੇ ਜਿਹੜੇ ਉਹ ਰਿਸ਼ਤੇਦਾਰਾਂ 'ਚੋਂ ਸੀਗੇ, ਉਹਨਾਂ ਦੇ ਉਹ ਪੁਲਿਸ ਵਾਲਿਆਂ ਨੂੰ ਕੋਈ ਅੱਗੇ ਸਜ਼ਾ ਹੋਰ ਹੋਈ ਜਾਂ ਨਹੀਂ? ਤੇ ਦੂਸਰਾ ਸੀਗਾ ਵੀ ਜਿਹੜੀ ਇੱਕ ਕੁਛ ਅਰਸੇ ਪਹਿਲਾਂ ਇੱਕ ਸ਼ਾਇਦ ਟੈਨਿਸ ਖਿਡਾਰਨ ਸੀਗੀ, ਜਿਹਨੇ ਕੋ ਕਾਫੀ ਇੱਕ ਸੀਨੀਅਰ ਪੁਲਿਸ ਅਫਸਰ ਦੇ ਥਰੂ ਉਹਨੂੰ ਇੰਨਾ ਟੌਰਚਰ ਕੀਤਾ ਗਿਆ ਕਿ ਉਹਨੇ ਫਿਰ ਮੁੜ ਕੇ ਸੁਸਾਈਡ ਕੀਤੀ, ਔਰ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਉਹਨੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਬੇਘਰ ਕਰਤਾ, ਬਹੁਤ ਪਰੇਸ਼ਾਨ ਹੋਏ। ਕਿ ਉਸ ਨੂੰ ਵੀ ਕੋਈ ਸਜ਼ਾ ਵਗੈਰਾ ਮਿਲੀ ਸੀ? ਇਹਨਾਂ ਜਰਾ ਪੁੱਛਣਾ ਸੀਗਾ ਜੀ। ਧੰਨਵਾਦ ਜੀ। ਜਿਹੜਾ ਕੁਲਜੀਤ ਸਿੰਘ ਢੱਟ ਵਾਲਾ ਮਾਮਲਾ ਸੀਗਾ ਜੀ, ਉਹ ਸਜ਼ਾ ਨਹੀਂ ਅਜੇ ਨਹੀਂ ਵਧੀ। ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਆ ਉਹ ਪਰਿਵਾਰ ਨੇ ਪਾਈ ਹੋਈ ਹੈ, ਢੱਟ ਪਰਿਵਾਰ ਨੇ। ਜਿਹੜੀ ਤੁਸੀਂ ਗੱਲ ਪੁੱਛ ਰਹੇ ਹੋ, ਇਹ ਰਠੌਰ ਵਾਲਾ ਮਾਮਲਾ ਹੈ। ਜਿਹੜੀ ਤੁਸੀਂ ਉਹ ਹਰਿਆਣੇ ਦੇ ਸਾਬਕਾ ਪੁਲਿਸ ਮੁਖੀ ਸੀ, ਬਿਲਕੁਲ ਸਜ਼ਾ ਮਿਲੀ ਜੀ ਉਹਨਾਂ ਨੂੰ। ਉਹਨਾਂ ਦੀਆਂ ਤਾਂ ਸਹੀ ਪੁੱਛੋ ਜੀ, ਇਹ ਪੂਰੀਆਂ ਲਕੀਰਾਂ ਜਿਹੜੀਆਂ ਜੀ ਉਹ ਕਢਾਈਆਂ ਅਦਾਲਤ ਨੇ, ਔਰ ਬਹੁਤ ਦਿਨ ਉਹਨੂੰ ਜਿਹੜਾ ਜੀ ਜੇਲ੍ਹ ਦੇ ਵਿੱਚ ਕੱਟਣੇ ਪਏ। ਜਿਹੜਾ ਹੱਸ ਕੇ ਬਾਹਰ ਆਇਆ ਸੀਗਾ ਉਹਦੀ ਗੱਲ ਹੀ ਤੁਸੀਂ ਕਰ ਰਹੇ ਹੋ। ਬਾਅਦ ਦੇ ਵਿੱਚ ਦੁਬਾਰਾ ਟਰਾਇਲ ਹੋਇਆ ਸੀਗਾ, ਉਹਦੇ ਵਿੱਚ ਉਹਨੂੰ ਸਜ਼ਾ ਹੋਈ ਹੈ ਜੀ। ਉਹਨੂੰ ਕਈ ਮਹੀਨੇ ਜਿਹੜੇ ਆ ਜੀ ਉਹ ਜੇਲ੍ਹ ਦੇ ਵਿੱਚ ਲਾਉਣੇ ਪਏ ਨੇ। ਇੱਕ ਇਸ ਹਾਈ ਰੈਂਕ ਦੇ ਆਫੀਸਰ ਨੂੰ ਜਦੋਂ 5-6 ਮਹੀਨੇ ਤੱਕ ਤਕਰੀਬਨ ਜੇਲ੍ਹ ਦੇ ਵਿੱਚ ਲਾਉਣੇ ਪੈਣ, ਤੇ ਇਹ ਸਜ਼ਾ ਬਹੁਤ ਹੁੰਦੀ ਹੈ ਜੀ ਜਿੰਨੀ ਉਹਦੇ ਨਾਲ ਹੋਈ ਹੈ। ਤੇਰੀ ਸਹੀ ਪੁੱਛੋ ਤਾਂ ਪੰਜਾਬੀ 'ਚ ਕੁੱਤੇ ਖਾਣੀ ਹੋਈ ਹੈ ਜੀ ਉਹਨਾਂ ਪੂਰੀ। ਜੀ।
ਤੇ ਅਗਲੇ ਜਿਹੜੇ ਕਾਲਰ ਆ ਬਲਤੇਜ ਪੰਨੂ ਜੀ ਸਾਡੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ ਮੰਟੀਕੇ ਤੋਂ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਅਵਤਾਰ ਸਿੰਘ ਬੋਲ ਰਿਹਾ। ਪਤਾ ਲੱਗਾ ਆਪਣੇ ਚੋਣ ਕਮਿਸ਼ਨ ਹੁੰਦਾ ਉਹਦਾ ਜਵਾਬ ਪੁੱਛਣ ਤੇ ਮੋਦੀ ਸਰਕਾਰ ਮੁੱਕਰ ਗਏ ਕਿ ਅਸੀਂ 5-5 ਲੱਖ ਦੇਣਾ। ਹੈਲੋ ਜੀ 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 ਵੀ ਬਿਲਕੁਲ ਇਹ ਜਿਹੜਾ ਚੋਣ ਕਮਿਸ਼ਨ ਆ ਜੀ, ਉਹਨੇ ਪੁੱਛਿਆ ਕਿ ਜਦ 2 ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਸੀਗੀਆਂ, ਫਿਰ ਤੁਸੀਂ ਮੁਆਵਜ਼ੇ ਦਾ ਐਲਾਨ ਕਿਉਂ ਕੀਤਾ 1984 ਦੇ ਜਿਹੜੇ ਕਤਲੇਆਮ ਪੀੜਤਾਂ ਦੇ ਵਾਸਤੇ? ਜਿਹੜਾ ਜਵਾਬ ਗ੍ਰਹਿ ਮੰਤਰਾਲੇ ਦੇ ਵਿੱਚੋਂ ਦਿੱਤਾ ਗਿਆ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਉਹਦੇ ਵਿੱਚ ਗ੍ਰਹਿ ਮੰਤਰਾਲੇ ਨੇ ਇਹ ਕਿਹਾ ਕਿ ਅਸੀਂ ਕੋਈ ਐਲਾਨ ਹੀ ਨਹੀਂ ਕੀਤਾ ਏਦਾਂ ਦਾ। ਜੀ ਜੀ ਇਹ ਉਹਨੇ ਜਿਹੜਾ ਚੋਣ ਕਮਿਸ਼ਨ ਆ ਉਹਦੇ ਕੋਲੇ ਲਿਖਤੀ ਰੂਪ ਦੇ ਵਿੱਚ ਦਿੱਤਾ, ਭਾਵ ਕਿ ਇਹ ਵੀ ਉੱਥਾ ਹੀ ਸਾਬਤ ਹੋਇਆ ਜੀ ਜਿਹੜਾ ਐਲਾਨ ਸੀਗਾ ਜੀ। ਤੇ ਹੁਣ ਪਤਾ ਨਹੀਂ ਆਪਣੀ ਉਹਨਾਂ ਨੇ ਖੱਲ ਬਚਾਉਣ ਦੇ ਵਾਸਤੇ, ਸਕਿਨ ਸੇਵ ਕਰਨ ਦੇ ਵਾਸਤੇ ਇਹ ਬਿਆਨ ਦਿੱਤਾ ਜਾਂ ਇਹਦਾ ਕੋਈ ਹੋਰ ਰੀਜ਼ਨ ਹੈ। ਜੇ ਗ੍ਰਹਿ ਮੰਤਰਾਲੇ ਨੇ ਬਿਆਨ ਦੇ ਦਿੱਤਾ, ਇਹਦਾ ਮਤਲਬ ਇਹ ਹੈ ਕਿ ਇਹ ਵੀ ਸਵਾਲੀਆ ਚਿੰਨ੍ਹ ਲੱਗ ਗਿਆ ਕਿ ਉਹਨਾਂ ਨੂੰ ਪੈਸੇ ਮਿਲਣਗੇ। ਜੀ ਜੀ ਬਿਲਕੁਲ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਗੋਬਿੰਦਰ ਸਿੰਘ ਬਰਾੜ ਜੀ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਗੋਬਿੰਦਰ ਸਿੰਘ ਬਰਾੜ ਬੋਲਦਾ ਜੀ। ਪੰਨੂ ਸਾਹਿਬ, ਮੈਂ ਤਾਂ ਤੁਹਾਡੇ ਪਾਪਾ ਜੀ ਦਾ ਅਫਸੋਸ ਕਰਨਾ ਸੀ, ਬੜਾ ਦੁੱਖ ਹੋਇਆ ਸੁਣ ਕੇ ਉਦੋਂ ਵੀ। ਘਰ ਤਾਂ ਬਜ਼ੁਰਗਾਂ ਦਾ ਬਹੁਤ ਆਸਰਾ ਹੁੰਦਾ ਫੈਮਿਲੀ ਨੂੰ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਕਰੇ ਉਹਨਾਂ ਸੁਰਗਾ 'ਚ ਵਾਸਾ ਹੋਵੇ, ਤੁਹਾਨੂੰ ਚੜ੍ਹਦੀ ਕਲਾ ਰਵੇ, ਤੁਹਾਡਾ ਪਰਿਵਾਰ ਹੈ ਜੀ ਖੁਸ਼ ਰਵੇ, ਬਸ ਸਾਨੂੰ ਤਾਂ ਇਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਤੇ ਅਗਲੇ ਕਾਲਰ ਗੱਜਣ ਸਿੰਘ ਰਾਏ ਜੀ ਸਾਡੇ ਨਾਲ ਜੁੜੇ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਜਿਹੜਾ 1 ਰੈਂਕ 1 ਪੈਨਸ਼ਨ ਆ ਸੀ, ਉਹਦੇ ਬਾਰੇ ਅੱਜ ਕੱਲ੍ਹ ਕੀ ਅਪਡੇਟ ਚੱਲ ਰਹੀ ਜੀ? ਪਾਈਪਲਾਈਨ ਦੇ ਵਿੱਚ ਤਾਂ ਹੈ ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇਹਨੂੰ ਲਾਗੂ ਜਿਹੜਾ ਜੀ ਉਹ ਰੱਖਿਆ ਜਾਊਗਾ, ਪਰ ਉਸ ਤੋਂ ਬਾਅਦ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜੀ। ਜੀ ਜੀ। ਤੇ ਅਗਲੇ ਜਿਹੜੇ ਕਾਲਰ ਵਾਲੇ ਨੇ ਅਮਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ, ਕੀ ਸਵਾਲ ਹੈ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਫਤਿਹ ਜੀ। ਹਾਂਜੀ ਪੰਨੂ ਸਾਹਿਬ, ਵੀ ਇੱਕ ਬੇਨਤੀ ਹੈ ਵੀ ਚਲੋ ਮੇਰੀ ਖਬਰ ਦਾ ਤਾਂ ਵੈਸੇ ਤਾਂ ਮੇਰਾ ਸਵਾਲ ਦਾ ਜਵਾਬ ਮਿਲ ਚੁੱਕਿਆ। ਬਾਈ ਉਹਨਾਂ ਨੇ ਪਹਿਲਾਂ ਕੁਐਸਚਨ ਮੇਰੇ ਵੀਰ ਜੀ ਨੇ ਸਵਾਲ ਕਰਕੇ ਤੇ ਤੁਸੀਂ ਆਨਸਰ ਉਹਦਾ ਦੇ ਦਿੱਤਾ ਸੀ, ਪਰ ਉਹਦੇ ਵਿੱਚ ਜਿਹੜੀ ਮੋਦੀ ਸਾਹਿਬ ਉਹਨਾਂ ਨੇ 5 ਲੱਖ ਰਾਸ਼ੀ ਦੇਣ ਦਾ ਐਲਾਨ ਕੀਤਾ ਹੈਗਾ, ਉਹ 5 ਲੱਖ ਉਹਨਾਂ ਨੇ ਪਹਿਲਾਂ ਰਾਸ਼ੀ ਥੋੜ੍ਹੀ ਸੀਗੀ, ਉਸ ਤੋਂ ਬਾਅਦ ਉਹਦਾ ਵਧਾ ਕੇ ਕੀਤਾ। ਪਰ ਉਹਦੇ ਵਿੱਚ ਖਬਰਾਂ ਦੇ ਵਿੱਚ ਤੁਸੀਂ ਜਾਂ ਬਿੱਟਾ ਸਾਹਿਬ ਦੀ ਖਬਰਾਂ ਹੈਗੀਆਂ ਜਾਂ ਸੁਸ਼ੀਲ ਜੀ ਖਬਰਾਂ ਦਿੰਦੇ ਹੈਗੇ, ਉਹਦੇ ਵਿੱਚ 5 ਲੱਖ ਦਾ ਜ਼ਿਕਰ ਆਈ ਜਾਂਦਾ। 5 ਲੱਖ ਦੀ ਬਜਾਏ ਉਹਨੂੰ ਐਂ ਕਹਿ ਸਕਦੇ ਆਪਾਂ ਵੀ ਪਹਿਲਾਂ ਰਾਸ਼ੀ ਥੋੜ੍ਹੀ ਸੀ, ਉਹਨੂੰ ਸੰਸ਼ੋਧਿਤ ਕਰਕੇ, ਉਹਨੂੰ ਅਮੈਂਡਮੈਂਟ ਕਰਕੇ, ਉਹਦਾ ਸੁਧਾਰ ਕਰਕੇ ਉਹਨੂੰ 5 ਲੱਖ ਦੇਣਾ ਕੀਤਾ, ਤਾਂ ਕਿ ਬੰਦੇ ਨੂੰ ਨਵੇਂ ਮੇਰੇ ਵਰਗੇ ਨੂੰ ਸੁਣਨ ਨੂੰ ਐਂ ਲੱਗਦਾ ਵੀ 5 ਲੱਖ ਹੋਰ ਦੇਣਾ ਕੀਤਾ ਉਹਨਾਂ ਨੇ। 5 ਲੱਖ ਹੋਰ ਤਾਂ ਕਿੱਥੋਂ ਦੇ ਦੇਣਗੇ? ਖੈਰ ਉਹਨਾਂ ਨੇ ਤਾਂ ਕੁਛ ਨਹੀਂ ਇਹੋ ਜਿਹਾ ਕੁਛ ਦੇਣ ਦਾ ਕੋਈ ਮੈਨੂੰ ਨਹੀਂ ਲੱਗਦਾ ਵੀ ਮਿਲ ਜੂਗੀ ਜੀ। ਇੱਕ ਬੇਨਤੀ ਹੋਰ ਹੈ ਵੀਰ ਜੀ, ਵੀ ਜਿਵੇਂ ਆਪਾਂ ਸਾਰੇ ਸਿੱਖ ਪਰਿਵਾਰ, ਸਿੱਖ ਨਾਲ ਧਰਮ ਦੇ ਨਾਲ ਜੁੜੇ ਹੋਏ ਆ ਸਾਰੇ, ਤੇ ਸਿੱਖ ਜਿਹੜਾ ਅਕਾਲ ਤਖ਼ਤ ਸਾਹਿਬ ਹੈਗਾ, ਉਹ ਸਾਡਾ ਸਿੱਖੀ ਦਾ ਧੁਰਾ ਹੈਗਾ। ਅਸੀਂ ਉਹਦੇ ਹੁਕਮ ਨੂੰ ਸਿਰ ਅੱਖਾਂ ਤੇ ਸਿਰ ਮੱਥੇ ਮੰਨਦੇ ਆ, ਤੇ ਜਿਹੜੇ ਜਿੰਨੇ ਵੀ ਮੂਹਰੇ ਜਥੇਦਾਰ ਆ, ਅਹੁਦੇਦਾਰ ਹੈਗੇ ਆ, ਉਹ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਔਰ ਆਪ ਦੀਆਂ ਰਬੜ ਸਟੈਂਪਾਂ ਕਰਾ ਕੇ ਕਰਦੇ ਆ। ਵੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਆਪਣੇ ਜਿੰਨਾ ਵੀ ਲਿਟਰੇਚਰ ਇਤਿਹਾਸ ਆ, ਉਹ ਸਾਰਾ ਇਕੱਠਾ ਕਰਕੇ ਖਰਚਾ ਬਹੁਤ ਆਊਗਾ। ਜੀ ਗੱਲ ਮੈਂ ਜਿੰਨੀ ਸੌਖੀ ਗੱਲ ਕਹੀ ਜਾਂਦਾ, ਸ਼ਾਇਦ ਉਨੀ ਸੌਖੀ ਨਾ ਹੋਵੇ, ਬਹੁਤ ਔਖੀ ਹੈ ਗੱਲ ਇਹ। ਤੇ ਇਹਨੂੰ ਅਗਲੇ ਦੇ ਇਕੱਠਾ ਕਰਕੇ ਜਿਹੜਾ ਵੀ ਬੰਦਾ, ਹੁਣ ਮੇਰੇ ਵਰਗਾ ਵੀ ਕੋਈ ਕਿਤਾਬ ਛਾਪਣਾ ਚਾਹੁੰਦਾ, ਕੋਈ ਗੁਟਕਾ ਛਾਪਣਾ ਚਾਹੁੰਦਾ, ਕੋਈ ਹੋਰ ਕੁਛ ਛਾਪਣਾ ਚਾਹੁੰਦਾ, ਮੂਹਰ ਲਾ ਕੇ ਆਪਦੇ ਬਾਜ਼ਾਰ 'ਚ ਪ੍ਰਕਾਸ਼ਿਤ ਕਰ ਦਿੰਦਾ। ਮੈਂ ਚਾਹੁੰਦਾ ਕਿ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੋਈ ਸਟੈਂਪ ਹੋਵੇ, ਉਹ ਉੱਥੋਂ ਨਵੀਂ ਛਪਦੀ ਆ ਕੋਈ ਵੀ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਉਹਦੀ ਲਈ ਜਾਵੇ, ਫਿਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਸ਼ਾਪ ਦੇ ਉੱਤੇ ਜਾਂ ਕੋਈ ਕਿਤੇ ਵੀ ਲਾਇਬ੍ਰੇਰੀ ਦੇ ਉੱਤੇ ਰੱਖੀ ਜਾਵੇ, ਜਿਹੜਾ ਕਿ ਬੰਦੇ ਨੂੰ ਕੰਟਰੋਵਰਸੀ ਨਾ ਹੋਵੇ। ਪੜ੍ਹਨ ਲੱਗੇ ਸਾਡਾ ਇਤਿਹਾਸ ਦਾ ਸਾਨੂੰ ਐਕਚੁਅਲੀ ਪਤਾ ਹੀ ਨਹੀਂ ਗਾ ਕਿ ਸਾਡਾ ਇਤਿਹਾਸ ਕੀ ਚੀਜ਼ ਆ, ਕਿੱਥੇ ਖੜਦੇ ਹਾਂ ਅਸੀਂ, ਕੀ ਗੱਲ ਸੱਚ ਕਿੰਨੀ ਕੁ ਗੱਲ ਉਸ ਜਿਹੜਾ ਕਿੰਨੀ ਕੁ ਸੱਚੀ ਇਹ ਗੱਲ ਹੈਗੀ ਹੈ। ਤੇ ਇਹਨਾਂ ਗੱਲਾਂ ਤੋਂ ਮੈਂ ਵੀ ਇਹ ਸਾਰੇ ਸਾਡੇ ਧਰਮ ਦੇ ਪੁਰਾਤਨ ਜਿਹੜੇ
ਜਿਹੜੇ ਅਮਰਜੀਤ ਜੀ ਬਹੁਤ ਬਹੁਤ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ। ਜੋ ਤੁਸੀਂ ਕਹਿਣਾ ਚਾਹੁੰਦੇ ਆ ਉਸ ਚੀਜ਼ ਨੂੰ ਅਸੀਂ ਜਿਹੜਾ ਜੀ ਸਮਝਦੇ ਹਾਂ, ਪਰ ਕਿਤੇ ਨਾ ਕਿਤੇ ਜਿਸ ਪਾਸੇ ਤੁਸੀਂ ਨੂੰ ਜਾ ਰਹੇ ਹੋ ਉੱਧਰਲੇ ਪਾਸੇ ਵੀ ਇਹ ਰਲਗੱਡ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਆ। ਸੋ ਬੰਦੇ ਨੂੰ ਜਿਹੜਾ ਜੀ ਕ੍ਰਾਸ ਰੈਫਰੈਂਸ ਜਿਹੜੇ ਜ਼ਿਆਦਾ ਕਰਨ ਦੀ ਜ਼ਰੂਰਤ ਪਵੇਗੀ। ਇਕੱਲੀ ਇੱਕ ਕਿਤਾਬ ਦੇ ਉੱਤੇ ਨਿਰਭਰ ਜਿਹੜਾ ਹੋਣਾ ਆ ਉਹ ਬਹੁਤ ਔਖਾ ਹੋਵੇਗਾ ਆਉਣ ਵਾਲੇ ਦਿਨਾਂ 'ਚ, ਜਿਸ ਹਿਸਾਬ ਦੇ ਨਾਲ ਇਤਿਹਾਸ ਦੇ ਵਿੱਚ ਜਿਹੜੇ ਜੀ ਮਿਲਾਵਟ ਹੈ ਉਹ ਕੀਤੀ ਜਾ ਰਹੀ ਆ। ਅਤੇ ਪੰਨੂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਬਿਲਕੁਲ ਇਹ ਤੁਸੀਂ ਗੱਲ ਦਰੁਸਤ ਜਿਹੜੀ ਹੈ ਜੀ ਉਹ ਫਰਮਾਈ ਆ। ਮੇਰਾ ਖਿਆਲ ਦੇਖੋ ਇਹ ਲੱਭਣਾ ਪਊਗਾ। ਮੈਨੂੰ ਯਾਦ ਹੈ ਡਾਕਟਰ ਪਿਆਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਸੀ, ਮੇਰੇ ਕੋਲ ਉਹ ਹੈਗੀ ਆ, ਉਹਦੇ ਤੇ ਪਾਬੰਦੀ ਹੈ, ਗਾਥਾ ਸ਼੍ਰੀ ਆਦਿ ਗ੍ਰੰਥ। 83 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਜਿਹੜੀ ਅਕਾਲ ਤਖਤ ਸਾਹਿਬ ਦੇ ਉੱਤੇ ਸੱਦ ਕੇ ਤੇ ਸਜ਼ਾ ਜਿਹੜੀ ਲਾ ਦਿੱਤੀ ਗਈ। ਅੱਜ ਵੀ ਤੁਸੀਂ ਕਿਤਾਬ ਪੜ੍ਹੋ, ਉਹ ਇੱਕ ਰੈਫਰੈਂਸ ਬੁੱਕ ਹੈ ਜੀ। ਜਿੰਨੇ ਉਹਦੇ ਵਿੱਚ ਹਵਾਲੇ ਜਿਹੜੇ ਦੇ ਕੇ ਗੱਲ ਕੀਤੀ ਗਈ ਹੈ, ਇੰਨੇ ਹਵਾਲੇ ਤਾਂ ਬਹੁਤ ਘੱਟ ਕਿਤਾਬਾਂ 'ਚ ਮਿਲਦੇ ਆ। ਮੁਸ਼ਕਿਲ ਇਹ ਆਈ ਪਈ ਹੈ ਜੀ ਕਿ ਜਿਹੜੇ ਲੋਕ ਕਾਬਜ਼ ਬੈਠੇ ਨੇ ਉਹ ਇਤਿਹਾਸ ਨੂੰ ਤੋੜਨ ਮਰੋੜਨ ਵਾਲਿਆਂ ਨੂੰ ਤਾਂ ਪ੍ਰਮੋਟ ਕਰ ਸਕਦੇ ਨੇ। ਜੋਗਿੰਦਰ ਸਿੰਘ ਵੇਦਾਂਤੀ ਹੋਰਾਂ ਦਾ ਇਸ ਮਾਮਲੇ ਦੇ ਵਿੱਚ ਰੋਲ ਕਿਸੇ ਤੋਂ ਲੁਕਿਆ ਛਿਪਿਆ ਤਾਂ ਨਹੀਂ। ਇਹੋ ਜਿਹੀਆਂ ਕਿਤਾਬਾਂ ਉਹਨਾਂ ਨੇ ਆਪ ਵੀ ਲਿਖਤੀਆਂ ਤੇ ਕਿੰਨਾਂ ਦੇ ਉਹ ਉਦਘਾਟਨ ਵੀ ਕਰਦੇ ਰਹੇ, ਜਿਹਦੇ ਉਹ ਮੁੱਖ ਮੰਤਰੀ ਵੀ ਲਿਖਦੇ ਰਹੇ ਮੋਰੇ। ਇਹ ਵੀ ਕਿਸੇ ਤੋਂ ਜਿਹੜਾ ਜੀ ਉਹ ਲੁਕਿਆ ਛਿਪਿਆ ਨਹੀਂ ਹੈ। ਦੂਜੀ ਗੱਲ ਜਿਹੜੀ ਇਹਨਾਂ ਨੇ ਪੁੱਛੀ ਸੀਗੀ 5 ਲੱਖ ਵਾਲੀ, ਉਹ ਗੱਲ ਜਿਹੜੀ ਹੈ ਜੀ ਬਿਲਕੁਲ ਇਹ ਉਸ ਗੱਲ ਦੇ ਉੱਤੇ ਦਰੁਸਤ ਨੇ। ਮੈਂ ਕਈ ਵਾਰੀ ਜਿਹੜਾ ਜੀ ਉਹਦੇ ਵਾਸਤੇ ਤੁਹਾਨੂੰ ਜਿਹੜੀ ਡਿਟੇਲ ਹੈ ਉਹ ਦੱਸੀ ਹੈ ਕਿ ਇਹ 5 ਲੱਖ ਨਵਾਂ ਨਹੀਂ ਦਿੱਤਾ ਗਿਆ, 5 ਲੱਖ ਕੀਤਾ ਗਿਆ ਜਿਹੜਾ ਪਹਿਲਾਂ 3 ਲੱਖ ਸੀਗਾ। ਇਹ ਇਹਨਾਂ ਦੀ ਬਿਲਕੁਲ ਗੱਲ ਦਰੁਸਤ ਹੈ ਕਿ 2 ਲੱਖ ਰੁਪਇਆ ਇਹਦੇ ਵਿੱਚ ਐਡ ਹੋਇਆ, 5 ਲੱਖ ਨਹੀਂ ਮਿਲਿਆ ਜੀ। ਬਿਲਕੁਲ। ਤੇ ਉਹ ਵੀ ਜਿਹੜਾ ਉਸ ਦਾ ਵੀ ਕੱਚਾ ਚਿੱਠਾ ਕਹਿ ਲਓ ਵੀ ਅੱਜ ਜਿੱਦਾਂ ਤੁਸੀਂ ਪਿਛਲੀ ਖਬਰ ਦੇ ਵਿੱਚ ਵੀ ਦੱਸਿਆ ਆ ਵੀ ਉਹ ਵੀ ਗਲਤ ਜਿਹੜੀ ਆ ਖਬਰ ਕਹਿ ਸਕਦੇ ਆ ਵੀ ਉਹਨਾਂ ਨੇ ਐਲਾਨ ਹੀ ਨਹੀਂ ਕੀਤਾ, ਸਿਰਫ ਵੈਸੇ ਹੀ ਜਿਹੜੀ ਗੱਲ ਆ ਉਹ ਤੋਰੀ ਹੋਈ ਆ। ਤੇ ਅਗਲੇ ਜਿਹੜੇ ਕਾਲਰ ਆ ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਹੈਲੋ ਜਸਵਿੰਦਰ ਜੀ, ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਜੀ। ਹੈਲੋ, ਹਾਂਜੀ ਜੀ ਜਸਵਿੰਦਰ ਜੀ, ਕੀ ਸਵਾਲ ਹੈ? ਹਾਂਜੀ, ਸਾਡਾ ਕੁਐਸਚਨ ਹੈ ਜੀ ਇੱਕ ਤਾਂ ਪੰਚਾਇਤਾਂ ਬਾਰੇ ਹੈ ਜੀ। ਵੀ ਜਿਹੜਾ ਪੰਚਾਇਤਾਂ ਨੂੰ ਕਹਿੰਦੇ ਆਡਿਟ ਬਾਰੇ ਵੀ ਜਿਹੜੇ ਬਿੱਲ ਲੈਣੇ ਆ ਉਹ ਡੀਸੀ ਦਾ ਰੇਟ ਕੁਛ ਹੋਰ ਹੁੰਦੇ ਆ, ਇੱਟਾਂ ਦੇ ਸੀਮੈਂਟ ਦੇ। ਪੰਚਾਇਤਾਂ ਨੂੰ ਫਿਰ ਜਾਲੀ ਬਿੱਲ ਲੈਣੇ ਪੈਂਦੇ ਆ। ਇਹ ਕਿਸੇ ਦਾ ਮੈਂ ਲੇਖ ਪੜ੍ਹਿਆ ਸੀ ਵੀ ਉਹ ਕਹਿੰਦੇ ਵੀ ਇਹਨਾਂ ਨੂੰ ਪੰਚਾਇਤਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਥੱਲੇ ਰੱਖਿਆ ਵਾ ਵੀ ਜਦੋਂ ਮਰਜ਼ੀ ਉਹਨਾਂ ਦੀ ਧੌਣ ਫੜ ਲਓ। ਜੋ ਘੱਟ ਜਾਲੀ ਬਿੱਲ ਲੈਣਗੇ, ਘੱਟ ਇੱਟਾਂ ਲੈਣਗੇ, ਪੈਸੇ ਦੇਣਗੇ, ਕੋਤੇ ਵੀ ਕਰ ਲਓ ਵੀ ਉਹਨਾਂ ਨੂੰ ਫੜਨਾ ਹੈ। ਦੂਜਾ ਆ ਗਿਆ 5 ਲੱਖ ਬਾਰੇ। ਮੈਂ ਕਿਤੇ ਪੜ੍ਹਿਆ ਸੀ ਵੀ ਇਹਨਾਂ ਨੇ ਸਿਰਫ ਜਿਹੜਾ ਮਨਮੋਹਨ ਸਿੰਘ ਨੂੰ ਦਿੱਤੇ ਸੀ ਉਹਦੇ ਤੋਂ ਜਿਹੜੇ ਬਾਕੀ ਪੈਸੇ ਬਚੇ ਸੀ ਉਹ ਪੈਸੇ ਦੇਣ ਬਾਰੇ ਕਿਹਾ। ਕਿਸੇ ਨੇ ਕਿਹਾ ਸੀ ਵੀ ਕਦੋਂ ਇਹਨਾਂ ਦਾ ਫਾਈਨੈਂਸ ਦਾ ਹੋਇਆ, ਡਿਪਾਰਟਮੈਂਟ ਤੇ ਦੀ ਮਨਜ਼ੂਰੀ ਮਿਲੀ ਆ, ਕਦੋਂ ਇਹਨਾਂ ਦੀ ਕੈਬਨਿਟ ਮੀਟਿੰਗ ਹੋਈ ਆ, ਉਹ ਕਿਤੇ ਵੀ ਨਹੀਂ ਸੀ। ਥੈਂਕ ਯੂ, ਮਿਹਰਬਾਨੀ ਜੀ। ਤੇ ਸਾਡਾ ਤੁਸੀਂ ਆਪਣੀ ਗੱਲ ਜਿਹੜੀ ਇਹਦੀ ਕਹਿਤੀ, ਮੈਂ ਇਹਦੇ ਬਾਰੇ ਕਲੀਅਰ ਪਹਿਲੇ ਦੱਸਤਾ ਜੀ ਕਿ ਰੀਅਲ ਸਟੋਰੀ ਕੀ ਹੈ। ਜੀ। ਤੇ ਆਪਾਂ ਅੱਜ ਦੇ ਜਿਹੜੇ ਅਖੀਰਲੇ ਕਾਲਰ ਉਹ ਲੈਂਦੇ ਆ ਪਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ, ਕੀ ਸਵਾਲ ਹੈ? ਹਾਂਜੀ ਭਾਈ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈ ਜੀ ਆਪਣੇ ਨਵਜੋਤ ਸਿੱਧੂ ਬਾਰੇ ਆ ਜੀ। ਆਪਣੇ ਇੱਦਾਂ ਸੁਣਿਆ ਜੀ, ਕਹਿੰਦੇ ਜੀ ਇਹ ਬੀਜੇਪੀ ਉੱਥੇ ਆ ਗਈ ਤਾਂ ਕਹਿੰਦੇ ਇਹਨੂੰ CM ਬਣਾ ਦੇਣਾ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜਿਹੜੇ ਬਾਕੀ ਜਿਹੜੇ ਸੀਨੀਅਰ ਬੀਜੇਪੀ ਦੇ ਹੋਰ ਪੰਜਾਬ ਦੇ ਵਿੱਚ ਲੀਡਰ ਆ ਉਹ ਇਹਨੂੰ ਇੱਦਾਂ ਬਣ ਲੈਣ ਦੇਣਗੇ CM ਜਾਂ ਨਹੀਂ, ਇਹਦੇ ਬਾਰੇ ਦੱਸੋ ਜੀ। ਜੀ ਦੇਖੋ ਇਹ ਤਾਂ ਇੱਕ ਤਾਂ ਗੱਲ ਹੈ, ਦੋ ਚੀਜ਼ਾਂ ਨੇ। ਇੱਕ ਤਾਂ RSS ਜਿਹੜੀ ਹੈ ਜੀ ਉਹ ਉੱਪਰ ਬੈਠੀ ਹੈ ਤੇ ਦੂਸਰਾ ਬੈਠਾ ਜੀ ਨਰਿੰਦਰ ਮੋਦੀ। ਦੋ ਬੰਦੇ ਕਰਨਾ ਜੋ, ਬਾਕੀ ਕਿਸੇ ਹੋਰ ਲੀਡਰਸ਼ਿਪ ਨੇ ਬੋਲ ਨਹੀਂ ਸਕਣਾ। ਨਰਿੰਦਰ ਮੋਦੀ ਦੇ ਖਾਸ ਬੰਦਿਆਂ ਦੇ ਵਿੱਚੋਂ ਇੱਕ ਹੈ ਜੀ ਨਵਜੋਤ ਸਿੰਘ ਸਿੱਧੂ। CM ਬਣਾਉਣ ਵਾਲੀ ਆਈ ਥਿੰਕ ਗੱਲ ਅਜੇ ਬੜੇ ਦੂਰ ਦੀ ਹੈ ਜੀ, ਅਜੇ ਲੌਂਗ ਵੇ ਟੂ ਗੋ। ਦਿੱਲੀ ਅਜੇ ਦੂਰ ਹੈ ਜੀ। ਇਹ ਨਹੀਂ ਕਿਹਾ ਜਾ ਸਕਦਾ ਕਿ ਇੱਥੇ ਚੋਣਾਂ ਹੋ ਜਾਣ ਤੇ ਹੁਣੇ BJP ਜਿਹੜੀ ਹੈ ਜੀ ਉਹ ਲੈ ਜਾਊਗੀ ਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹ ਮੁੱਖ ਮੰਤਰੀ ਬਣ ਜਾਣਗੇ। ਨਹੀਂ, ਇਹਦੇ ਵਾਸਤੇ ਬਹੁਤ ਕੰਮ ਜਿਹੜਾ ਜੀ ਉਹ ਕਰਨਾ ਪੈਣਾ ਪਹਿਲਾਂ। ਅਜੇ ਜਿਹੜੇ ਗਰਾਊਂਡ ਵਰਕ ਨੇ ਉਹਦੇ ਵਾਸਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜੇ ਦੇਖਿਆ ਜਾਵੇ ਤਾਂ ਮੈਂ ਉਹਨਾਂ ਨੂੰ ਕੋਈ ਸਿੰਸੀਅਰ ਨੇਤਾ ਨਹੀਂ ਮੰਨਦਾ ਜੀ। ਚੁਟਕਲਿਆਂ ਦੇ ਰੂਪ ਦੇ ਵਿੱਚ ਦੱਬਦੇ ਕਿੱਲੀ ਚੱਕਦੇ ਘੋੜਾ, ਸੁਬਾਹ ਸਵੇਰੇ ਪਤਾ ਨਹੀਂ ਦਿੱਲੀ ਠੋਕੋ ਤਾਲੀ, ਇਹਦੇ ਨਾਲ ਕੋਈ CM ਪੁਣਾ ਥੋੜੀ ਹੁੰਦਾ ਜੀ। ਉਹਦੇ ਵਾਸਤੇ ਤੁਹਾਨੂੰ ਜਿਹੜੀ ਸੁਹਿਰਦਤਾ ਦਿਖਾਉਣੀ ਪਊਗੀ, ਮੈਚੋਰਿਟੀ ਦਿਖਾਉਣੀ ਪਊਗੀ। ਜੇ ਮੇਰੇ ਵਾਸਤੇ ਨਾ ਤਾਂ ਮੇਰੀ ਕਿਸੇ ਨੇ ਸਲਾਹ ਲੈਣੀ ਹੈ ਜੀ, ਨਾ ਕਿਸੇ ਨੇ ਪੁੱਛਣਾ। ਮੈਂ ਸਮਝਦਾ ਕਿ ਜੇ ਡਿਜ਼ਰਵਿੰਗ ਕੈਂਡੀਡੇਟ ਆ ਨਵਜੋਤ ਕੌਰ ਸਿੱਧੂ ਹੋ ਸਕਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਮੈਂ ਨਹੀਂ ਸਮਝਦਾ ਕਿ ਉਹ CM ਦੇ ਵਾਸਤੇ ਚੰਗਾ ਕੈਂਡੀਡੇਟ ਹੋਊਗਾ। ਬਾਕੀ ਪਤਾ ਨਹੀਂ ਹੁੰਦਾ, ਉੱਤੋਂ ਕਰਨਾ ਤਾਂ ਫਿੱਟ ਉਹਨਾਂ ਨੇ ਆ ਜੀ, ਉੱਤੋਂ
ਕਿਹਨੂੰ ਕਰਦੇ ਨੇ? ਖੱਟਰ ਨੂੰ ਕੌਣ ਜਾਣਦਾ ਸੀਗਾ? ਫੜਨਵੀਸ ਨੂੰ ਕੌਣ ਜਾਣਦਾ ਸੀਗਾ? ਅਗਲਿਆਂ ਨੇ ਲਿਆਂਦਾ, ਕੱਚ ਚੋਂ ਕੱਢਿਆ, ਲਿਆ ਕੇ ਮੂਹਰੇ ਰੱਖਤਾ, ਲਓ ਜੀ ਆ ਸੀਐਮ ਆ ਤੁਹਾਡਾ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਹੋਣਾ। ਪੰਜਾਬ ਦੇ ਵਿੱਚ ਨਵਜੋਤ ਸਿੱਧੂ ਨੂੰ ਵਰਤਿਆ ਵੀ ਜਾ ਸਕਦਾ ਹੈ ਕਿ ਇਲੈਕਸ਼ਨਾਂ ਤੱਕ ਵਰਤ ਲਿਆ ਜਾਵੇ, ਮੁੜ ਕੇ ਜਿਹੜਾ ਜੀ ਲਿਆ ਕੇ ਨੇਤਾ ਹੋਰ ਲਾਤਾ ਜਾਵੇ। ਜੀ 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 ਤੇ ਬਿਲਕੁਲ। ਤਾਂ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਇਹ ਜ਼ਰੂਰ ਬੇਨਤੀ ਕਰਨਾ ਚਾਹੁੰਦੇ, ਅਪੀਲ ਕਰਨਾ ਚਾਹੁੰਦੇ ਵੀ ਅਮਰੀਕਾ ਦੇ ਵਿੱਚ 4 ਨਵੰਬਰ ਨੂੰ ਵੋਟਾਂ ਆ। ਜਿਹੜੇ ਅੱਜ ਸੁਣ ਰਹੇ ਉਹਨਾਂ ਦੇ ਲਈ ਕੱਲ੍ਹ, ਤੇ ਜਿਹੜੇ ਕੱਲ੍ਹ ਸੁਣਨਗੇ ਉਸੇ ਦਿਨ ਜਿਹੜੀਆਂ ਜੀ ਵੋਟਾਂ ਆ। ਸੋ ਜ਼ਰੂਰ ਜਿਹੜੇ ਨਾਗਰਿਕ ਨੇ ਅਮਰੀਕਾ ਦੇ, ਉਹ ਜ਼ਰੂਰ ਵੱਧ ਚੜ੍ਹ ਕੇ ਵੋਟਾਂ ਦੇ ਵਿੱਚ ਜਿਹੜਾ ਜੀ ਹਿੱਸਾ ਲਓ। ਤੁਹਾਡੇ ਜਿਹੜੇ ਸਟੇਟ ਦੇ ਸੈਨੇਟਰ, ਗਵਰਨਰ, ਸਿਟੀ ਦੇ ਜਿਹੜੇ ਕੌਂਸਲ ਮੈਂਬਰ, ਮੇਅਰ, ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨਾਂ ਹੈਗੀਆਂ। ਸੋ ਵੱਧ ਚੜ੍ਹ ਕੇ ਜਿਹੜਾ ਜ਼ਰੂਰ ਇਹਨਾਂ ਦੇ ਵਿੱਚ ਜਿਹੜਾ ਜੀ ਹਿੱਸਾ ਲਿਓ। ਅਤੇ ਬਹੁਤ ਬਹੁਤ ਨਾਲ ਹੀ ਜਿਹੜਾ ਜੀ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ ਤੁਹਾਡਾ, ਤੁਸੀਂ ਆਏ, ਸਾਡੇ ਨਾਲ ਜੁੜੇ ਅਤੇ ਇਹ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ। ਸ਼ੁਕਰੀਆ, ਧੰਨਵਾਦ ਅਤੇ ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਮੈਨੂੰ ਹੁਣ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ, ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨਿਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 408 272 5200 ਜਾਂ 408 722 7698, 408 722 7698।